ਸਤਿ ਸ੍ਰੀ ਅਕਾਲ ਜੀ। KTV ਦਾ ਆਨੰਦ ਮਾਣ ਰਹੇ ਪਿਆਰੇ ਦਰਸ਼ਕੋ, ਜਿੱਥੇ ਜਿੱਥੇ ਵੀ ਹੋ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਜਿਹੜੇ ਵੀ ਸਾਧਨ ਦੇ ਨਾਲ ਤੁਸੀਂ KTV ਦੇ ਨਾਲ ਜੁੜੇ ਹੋਏ ਹੋ, ਹਰ ਇੱਕ ਜਗ੍ਹਾ ਤੇ ਬੈਠਿਆਂ ਦਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਵਾਗਤ ਹੈ ਜੀ। ਤੇ ਪ੍ਰੋਗਰਾਮ ਤਸੱਲੀਆਂ ਲੈ ਕੇ ਇੱਕ ਵਾਰ ਫੇਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ। ਤੇ ਤਸੱਲੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਚਰਚਾ ਕਰਦੇ ਹਾਂ ਕਿ ਪਿਛਲੇ 4 ਸਾਲਾਂ ਦੇ ਵਿੱਚ ਜਾਂ 4.5 ਸਾਲਾਂ ਦੇ ਵਿੱਚ ਕੀ ਸਰਕਾਰ ਨੇ ਲੋਕਾਂ ਦੀਆਂ ਤਸੱਲੀਆਂ ਕਰਵਾਈਆਂ ਹਨ, ਤੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਰਕਾਰ ਦੀਆਂ ਤਸੱਲੀਆਂ ਕਰਵਾਉਣਗੇ। ਤੇ ਹਰ ਇੱਕ ਮਸਲੇ ਦੇ ਉੱਤੇ, ਕਿਉਂਕਿ ਜਿਨ੍ਹਾਂ ਮੁੱਦਿਆਂ ਤੇ ਸਰਕਾਰ ਆਈ ਸੀ ਜੀ, ਕੈਪਟਨ ਸਰਕਾਰ, ਉਹ ਮੁੱਦੇ ਉੱਥੇ ਦੇ ਉੱਥੇ ਹੀ ਖੜੇ ਹਨ। ਭਾਵੇਂ ਕਿ ਅੱਜ ਬਿਜਲੀ ਦੀ ਗੱਲ ਹੋ ਜਾਵੇ ਜਾਂ ਫਿਰ ਨਸ਼ਿਆਂ ਦੀ ਗੱਲ ਹੋਵੇ, ਕਿਸੇ ਵੀ ਤਰ੍ਹਾਂ ਦੀ ਗੱਲ ਹੋਵੇ, ਪਰ ਲੋਕਾਂ ਦੀਆਂ ਜਿਹੜੀਆਂ ਕਿ ਚਾਹੇ ਨੌਕਰੀਆਂ ਦੀ ਗੱਲ ਹੈ, ਮਾਸਟਰਾਂ ਦਾ ਲਾਠੀ ਚਾਰਜ ਹੈ, ਜਾਂ ਡਾਕਟਰਾਂ ਦਾ ਵੀ ਹੁਣ ਲਾਠੀ ਚਾਰਜ ਹੋਣਾ ਸ਼ੁਰੂ ਹੋ ਗਿਆ ਜਿੱਥੇ ਮਾਸਟਰਾਂ ਦਾ ਹੁੰਦਾ ਸੀ। ਹਰ ਇੱਕ ਮੁੱਦੇ ਦੇ ਉੱਤੇ ਜਿਹੜੀ ਸਰਕਾਰ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਆਈ ਸੀ, ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਗਏ ਸੀ, ਉਹ ਕੀ ਲੋਕਾਂ ਦੀਆਂ ਉਹਦੇ ਉੱਤੇ ਤਸੱਲੀਆਂ ਹੋਈਆਂ ਹਨ। ਤੇ ਜਾਂ ਜਿਵੇਂ ਕਿ ਗੱਲ ਕੀਤੀ ਕਿ ਹੁਣ ਜਦੋਂ ਕੁਝ ਕੁ ਮਹੀਨਿਆਂ ਦੇ ਵਿੱਚ ਲੀਡਰ ਲੋਕਾਂ ਦੇ ਵਿੱਚ ਜਾਣਗੇ ਤਾਂ ਫਿਰ ਲੋਕ ਉਹਨਾਂ ਦੀਆਂ ਤਸੱਲੀਆਂ ਕਰਵਾਉਣਗੇ। ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਜਦੋਂ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰੀਏ ਤੇ ਕਿਸੇ ਨਾ ਕਿਸੇ ਸਰਕਾਰੀ ਜਿਹੜਾ ਸੱਤਾ ਦਾ ਆਨੰਦ ਮਾਣ ਰਹੇ ਹਨ, ਉਸ ਪਾਰਟੀ ਦੇ ਲੀਡਰ ਨੂੰ ਵੀ ਤੁਹਾਡੀ ਸੇਵਾ ਦੇ ਵਿੱਚ ਰੂਬਰੂ ਕੀਤਾ ਜਾਵੇ, ਤਾਂ ਜੋ ਸਿੱਧੇ ਸਵਾਲ ਜਵਾਬ ਉਹਨਾਂ ਦੇ ਨਾਲ ਹੋ ਸਕਣ। ਪਰ ਜਿਹੜੇ ਕਿ ਹੁਣ ਸਰਕਾਰ ਦੇ ਵਿੱਚ ਆਪਸ ਵਿੱਚ ਹੀ ਜਿਹੜੀ ਪਾਵਰ ਦੀ ਖਿੱਚੋਤਾਣ ਚੱਲ ਰਹੀ ਹੈ, ਤੇ ਉਹ ਵੀ ਆਪਾਂ ਸਾਰਿਆਂ ਦੇ ਸਾਹਮਣੇ ਹੀ ਹੈ। ਤੇ ਬਿਲਕੁਲ ਜੀ, ਸਾਰਿਆਂ ਦੇ ਸਾਰੇ ਮੁੱਦਿਆਂ ਦੇ ਉੱਤੇ ਸਾਰਿਆਂ ਦੇ ਖੁੱਲ ਕੇ ਗੱਲਬਾਤ ਕਰਾਂਗੇ ਤੇ ਖੁੱਲ ਕੇ ਵਿਚਾਰ ਚਰਚਾ ਕਰਾਂਗੇ। ਤੇ ਹਮੇਸ਼ਾ ਦੀ ਤਰ੍ਹਾਂ ਨਾਲ ਮੇਰਾ ਸਾਥ ਦੇਣਗੇ ਜੀ JS ਲਾਡੀ ਜੀ। ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿ ਲਈਏ। ਲਾਡੀ ਜੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਜੀ। ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਵੇਖਣ ਵਾਲੇ ਦਰਸ਼ਕਾਂ ਨੂੰ ਵੀ। ਨੇ ਕੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹਰਪਾਲ ਜੀ। ਹਾਂਜੀ ਜੀ, ਹਾਂਜੀ। ਕਿੱਦਾਂ ਜੀ? ਪਹਿਲਾਂ ਤਾਂ ਲਾਡੀ ਜੀ ਕਿੱਦਾਂ ਰਿਹਾ, ਕਿੱਦਾਂ ਲੰਘਿਆ ਹਫਤਾ, ਕਿੱਦਾਂ ਰਿਹਾ ਜੀ? ਬਹੁਤ ਵਧੀਆ ਹਫਤਾ, ਬੜਾ ਵਧੀਆ ਲੰਘਿਆ। ਪਰ ਜ਼ਰੂਰ ਹੈ ਕਿ ਅੱਜ KTV ਦੇ ਵਿਹੜੇ ਪਹੁੰਚੇ। ਅੱਜ KTV ਦੇ ਵੇਖਣ ਵਾਲੇ ਦਰਸ਼ਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿਸ ਸ਼ਖਸ ਨੂੰ ਲੈ ਕੇ ਆ ਰਹੇ ਹੋ, ਤੇ ਅੱਜ ਗੱਲਬਾਤ ਕਿਸ ਆਧਾਰ ਤੇ ਜ਼ਰੂਰ ਤੁਸੀਂ ਕਰ ਰਹੇ ਹੋ। ਹਾਂਜੀ ਬਿਲਕੁਲ ਜੀ। ਤੇ ਜਿਹੜਾ ਅੱਜ ਹਮੇਸ਼ਾ ਦੀ ਤਰ੍ਹਾਂ ਜਾਂ ਪਿਛਲੇ ਕੁਝ ਕੁ ਹਫ਼ਤਿਆਂ ਦੀ ਤਰ੍ਹਾਂ ਜੇ ਕਹਿ ਲਈਏ, ਤੇ ਅੱਜ ਫਿਰ ਜਿਹੜਾ ਸਾਡੇ ਨਾਲ ਬੁਲਾਰੇ ਜੁੜੇ ਹਨ, ਉਹ ਸ਼੍ਰੋਮਣੀ ਅਕਾਲੀ ਦਲ ਦੇ ਹੋਣਗੇ ਜੀ। ਕਿਉਂਕਿ ਅਕਸਰ ਭਾਵੇਂ ਵਿਰੋਧੀ ਧਿਰ ਦਾ ਨੇਤਾ ਜਿਹੜਾ ਉਹ, ਜਾਂ ਵਿਰੋਧੀ ਧਿਰ ਦਾ ਅਹੁਦਾ ਜਿਹੜਾ ਉਹ ਭਾਵੇਂ ਆਮ ਆਦਮੀ ਪਾਰਟੀ ਦੇ ਕੋਲ ਹੈ, ਉਹ ਇਸ ਅਹੁਦੇ ਦਾ ਉਹ ਆਨੰਦ ਮਾਣ ਰਹੇ ਹਨ, ਪਰ ਫਿਰ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਜਿਹੜੀਆਂ ਸਿਆਸੀ ਸਰਗਰਮੀਆਂ ਹਨ, ਸ਼੍ਰੋਮਣੀ ਅਕਾਲੀ ਦਲ ਨੇ ਜ਼ਿਆਦਾ ਵਧਾਈਆਂ ਹੋਈਆਂ ਹਨ। ਜਿਵੇਂ ਕਿ ਗੱਲ ਕਰੀਏ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਉਹ ਕਰੋ ਤੇ ਮਰੋ ਵਾਲੀ ਪਾਲਿਸੀ ਇਸ ਵੇਲੇ ਦੋਹਾਂ, ਆਮ ਆਦਮੀ ਪਾਰਟੀ ਲਈ ਵੀ ਤੇ ਸ਼੍ਰੋਮਣੀ ਅਕਾਲੀ ਦਲ ਵੀ, ਦੋਹਾਂ ਲਈ ਸਿਰ ਧੜ ਦੀ ਬਾਜੀ ਲੱਗੀ ਹੋਈ ਹੈ। ਪਰ ਜਿਹੜਾ ਕਹਿੰਦਾ ਕਿ ਜਿਵੇਂ ਕਿ ਗੱਲ ਕੀਤੀ, ਜਿੱਥੇ ਕਾਂਗਰਸ ਪਾਰਟੀ ਹੈ, ਉੱਥੇ ਜਿਹੜੇ ਉਹਨਾਂ ਦੇ ਬੁਲਾਰੇ ਹਨ ਜਾਂ ਉਹਨਾਂ ਦੇ ਲੀਡਰ ਹਨ, ਉਹ ਬਹੁਤ ਝਿਜਕਦੇ ਹਨ ਕਿ ਅਸੀਂ ਕਿਹੜੇ ਮੂੰਹ ਦੇ ਨਾਲ ਗੱਲ ਕਰੀਏ, ਕਿਉਂਕਿ ਉਹ ਸਰਕਾਰ ਜਿਹੜੀ ਹੈ, ਕੈਪਟਨ ਸਾਹਿਬ, ਉਹਨਾਂ ਦੀਆਂ ਖੁਦ ਦੀਆਂ ਤਸੱਲੀਆਂ ਨਹੀਂ ਕਰਵਾ ਸਕੇ, ਤੇ ਉਹਨਾਂ ਨੇ ਲੋਕਾਂ ਦੀਆਂ ਤਾਂ ਤਸੱਲੀਆਂ ਕੀ ਕਰਵਾਉਣੀਆਂ ਸਨ। ਪਰ ਜਿੱਥੇ ਉਸ ਦੂਸਰੇ ਪਾਸੇ ਆਮ ਆਦਮੀ ਪਾਰਟੀ ਹੈ, ਤੇ ਉਹਨਾਂ ਦੇ ਜਿਹੜੇ ਵੀ ਬੁਲਾਰੇ ਹਨ, ਉਹ ਵੀ ਬਹੁਤ ਘੱਟ ਅੱਗੇ ਆਉਂਦੇ ਹਨ, ਕਿਉਂਕਿ ਉਹਨਾਂ ਨੂੰ ਵੀ ਸ਼ਾਇਦ ਲੱਗਦਾ ਕਿ ਨਹੀਂ ਜੀ, ਅਸੀਂ ਜਿਹੜੀ ਮੁੱਖ ਭੂਮਿਕਾ ਸੀ ਵਿਰੋਧੀ ਧਿਰ ਦੀ, ਸ਼ਾਇਦ ਉਹ ਕਿਤੇ ਅਸੀਂ ਨਹੀਂ ਨਿਭਾ ਸਕੇ। ਨਾ ਹੀ ਅਸੀਂ ਦਫ਼ਤਰ ਘੇਰ ਸਕੇ ਆ, ਨਾ ਹੀ ਅਸੀਂ ਮੰਤਰੀ ਘੇਰ ਸਕੇ ਆ। ਉਹ ਗੱਲ ਵੱਖਰੀ ਹੈ ਕਿ ਹੁਣ ਆ ਕੇ ਐਕਟਿਵ ਜ਼ਰੂਰ ਹੋ ਗਏ ਹਨ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਉਂਕਿ ਇਹ ਤਾਂ ਉਹ ਗੱਲ ਹੋ ਜਾਂਦੀ ਲਾਡੀ ਜੀ ਕਿ ਨੇੜੇ ਆਈ ਜੰਨ ਤੇ ਬਿੰਨੋ ਕੁੜੀ ਦੇ ਕੰਨ ਨਾ। ਪਰ ਜਿਹੜਾ ਪਹਿਲਾਂ DC ਦਫ਼ਤਰਾਂ ਦੇ ਅੱਗੇ ਧਰਨੇ ਦੇਣੇ ਸਨ, SDM ਦਫ਼ਤਰਾਂ ਦੇ ਅੱਗੇ ਧਰਨੇ ਦੇਣੇ ਸਨ, ਜਾਂ ਸਰਕਾਰ ਦੇ ਮੰਤਰੀਆਂ ਦਾ ਘਿਰਾਓ ਕਰਨਾ ਸੀ, ਉਹ ਉਸ ਹੱਦ ਤੱਕ ਸ਼ਾਇਦ ਆਮ ਆਦਮੀ ਪਾਰਟੀ ਨਹੀਂ ਕਰ ਸਕੀ ਜਿਸ ਹੱਦ ਤੱਕ ਕਰਨਾ ਚਾਹੀਦਾ ਸੀ। ਕਿਉਂਕਿ ਪਹਿਲੇ ਜਿਹੜੇ ਕੁਝ ਕੁ ਸਾਲ ਸੀ, ਉਹ ਆਪਸੀ ਖਿੱਚੋਤਾਣੀ ਦੇ ਵਿੱਚ ਤਾਂ ਵਿਰੋਧੀ ਧਿਰ ਦੇ ਅਹੁਦੇ ਨੂੰ ਲੈ ਕੇ ਚੱਲਦੇ ਰਹੇ, ਉਸ ਤੋਂ ਬਾਅਦ ਪਾਰਟੀ ਦੀ ਆਪਸੀ ਖਿੱਚੋਤਾਣ ਦੇ ਵਿੱਚ ਹੀ ਚੱਲਦੇ ਰਹੇ। ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ, ਉਸ ਨੇ ਇਹ ਸਾਰੇ ਮੁੱਦੇ ਦੇ ਉੱਤੇ ਪੂਰੀ ਨਿਗਾਹ ਰੱਖੀ ਹੋਈ ਸੀ, ਪੂਰੀ ਗੰਭੀਰਤਾ ਸੀ ਉਹਨਾਂ ਦੀ, ਕਿਉਂਕਿ ਉਹਨਾਂ ਨੂੰ 10 ਸਾਲ ਸਰਕਾਰ ਚਲਾਉਣ ਦੇ ਬਾਵਜੂਦ ਵਿਰੋਧੀ ਧਿਰ ਦਾ ਅਹੁਦਾ ਨਹੀਂ ਸੀ ਮਿਲ ਸਕਿਆ। ਤੇ ਹੁਣ ਦੁਬਾਰਾ ਫਿਰ ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਸਰਗਰਮੀਆਂ ਆਪਣੀਆਂ ਵਿੱਢ ਦਿੱਤੀਆਂ ਸਨ। ਤੇ ਇਸੇ ਸਾਰੇ ਤੇ ਆਪਾਂ ਗੱਲਬਾਤ ਕਰਾਂਗੇ। ਤੇ ਪਹਿਲਾਂ ਤੁਸੀਂ ਕੀ ਕਹਿਣਾ ਚਾਹੋਗੇ ਆਪਾਂ ਆਪਣੇ ਲੀਡਰ ਸਾਹਿਬ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਜੀ? ਗੱਲ ਇਹ ਆ ਵੀ 4.5 ਸਾਲ ਬੀਤ ਚੁੱਕੇ ਆ। ਹਾਂਜੀ। 4.5 ਸਾਲ ਬੀਤਣ ਦੇ ਬਾਵਜੂਦ ਵੀ ਇਸ ਵਕਤ ਯਾਨੀ ਕਿ ਹੁਣ ਨੇਤਾ ਜਿਹੜੇ ਨੇ, ਜਾਂ ਜਿਨ੍ਹਾਂ ਨੂੰ MLA ਜਾਂ ਵਿਧਾਇਕ ਕਹਿੰਦੇ, ਉਹ ਹੁਣ ਲੋਕਾਂ 'ਚ ਜਾਣ ਲੱਗੇ। ਹਾਂਜੀ। ਪਰ ਹੁਣ ਮੈਂ ਇੱਕ ਗੱਲ ਇੱਕੋ ਕਹਾਂਗਾ, ਪੰਜਾਬ ਦੇ ਜਿੱਥੇ ਕਿ ਪੰਜਾਬੀ ਭਾਈਚਾਰਾ ਲੋਕ ਬੈਠੇ ਸਾਨੂੰ ਵੇਖ ਰਹੇ ਨੇ ਇਸ ਟੈਲੀਵਿਜ਼ਨ ਦੇ ਜ਼ਰੀਏ, ਇੱਕੋ ਹੀ ਆ ਸਵਾਲ ਉਹਨਾਂ ਨੂੰ ਵੀ ਭਾਈ ਤੁਸੀਂ ਉਸ ਨੇਤਾ ਦੀ ਤਸੱਲੀ ਚੰਗੀ ਤਰ੍ਹਾਂ ਕਰਵਾ ਦਿਓ, ਜਿਹੜਾ ਨੇਤਾ ਤੁਹਾਡੇ ਟਾਈਮ ਔਖੇ ਕੰਮਾਂ 'ਚ ਤੁਹਾਡੇ ਕੰਮ ਹੀ ਨਹੀਂ ਆਇਆ। ਉਸ ਨੇਤਾ ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ, ਤਸੱਲੀ ਜ਼ਰੂਰ ਕਰਵਾ ਦਿਓ।
ਬਸ ਇੱਕੋ ਗੱਲ ਹੈ। ਤੇ ਬਾਕੀ ਗੱਲਾਂ ਬਾਤਾਂ ਮੈਂ ਕਹਿੰਦਾ ਆਪਾਂ ਘੱਟ ਕਰੀਏ। ਅੱਜ ਆਪਾਂ ਜਿਹੜੇ ਸਾਡੇ ਆਪਣੇ ਗੈਸਟ ਨੇ, ਠੀਕ ਹੈ ਜੀ, ਹਾਂਜੀ ਕਿਹੜੇ ਪਾਰਟੀ ਤੋਂ ਨੇ ਜਾਂ ਉਹ ਤੁਸੀਂ ਜੋ ਦੱਸੋ, ਤੇ ਪਰ ਗੱਲ ਇਹ ਵੀ ਉਹਨਾਂ ਤੋਂ ਸਾਰਾ ਕੁਝ ਉਹਨਾਂ ਤੋਂ ਪੁੱਛਾਂਗੇ। ਬਿਲਕੁਲ ਜੀ। ਤੇ ਜਿਵੇਂ ਦਰਸ਼ਕਾਂ ਨੂੰ ਆਪਾਂ ਦੱਸੇ ਚੁੱਕਿਆ ਕਿ ਅੱਜ ਤਸੱਲੀਆਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਕਰਨੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੋਣਗੇ ਜੀ। ਤੇ ਕੋਸ਼ਿਸ਼ ਕਰਦੇ ਹਾਂ ਕਿ ਸ਼ਾਇਦ ਉਹ ਆਪਣੇ ਨਾਲ ਜੁੜ ਚੁੱਕੇ ਨੇ। ਇਹਨਾਂ ਦਾ ਪੂਰਾ ਨਾਂ ਜੀ ਐਡਵੋਕੇਟ ਅਰਸ਼ਦੀਪ ਸਿੰਘ ਹੈ ਜੀ ਇਹਨਾਂ ਦਾ ਪੂਰਾ ਨਾਂ। ਤੇ ਇਹਨਾਂ ਦੇ ਨਾਲ ਲਾਈਵ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਜੀ। ਪਹਿਲਾਂ ਦੇਖਦੇ ਹਾਂ ਕਿ ਆਪਣੇ ਨਾਲ ਜੁੜ ਚੁੱਕੇ ਹਨ ਜਾਂ ਕਿੱਦਾਂ, ਕੋਸ਼ਿਸ਼ ਕਰਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੌਲ ਹਾਂ ਸਾਹਿਬ। ਸਤਿ ਸ਼੍ਰੀ ਅਕਾਲ ਲਾਡੀ ਜੀ। ਸਤਿ ਸ੍ਰੀ ਹਾਂਜੀ, ਅਕਾਲ। ਸਤਿ ਸ੍ਰੀ ਅਕਾਲ ਅਰਸ਼ਦੀਪ ਸਿੰਘ ਜੀ। ਤੇ ਅਰਸ਼ਦੀਪ ਜੀ ਸਿੰਘ ਜੀ, ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਦੱਸ ਦਵਾਂ ਜੀ ਕਿ ਇਸ ਵੇਲੇ KTV ਦੇ ਉੱਤੇ ਤੁਹਾਨੂੰ ਲਾਈਵ ਦੇਖਿਆ ਜਾ ਰਿਹਾ ਜੀ। ਤੇ ਜਿੱਥੇ ਪੂਰੇ ਯੂਰਪ ਦੇ ਵਿੱਚ KTV ਦਾ ਆਨੰਦ ਮਾਣਿਆ ਜਾ ਰਿਹਾ, ਉੱਥੇ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਵੱਖੋ-ਵੱਖ ਸਾਈਟਾਂ ਦੇ ਰਾਹੀਂ ਪੂਰੀ ਦੁਨੀਆ ਦੇ ਵਿੱਚ KTV ਨੂੰ ਜਿਹੜਾ ਲੋਕੀ ਦੇਖਦੇ ਹਨ, KTV ਦਾ ਆਨੰਦ ਮਾਣਦੇ ਹਨ। ਸੋ ਤੁਸੀਂ ਇਸ ਵੇਲੇ ਲਾਈਵ ਹੋ ਜੀ। ਸਾਡੀ ਕੋਲ ਜਿਹੜੀ ਤੁਹਾਡੀ ਗੱਲਬਾਤ ਹੋਵੇਗੀ ਪੂਰੀ ਦੁਨੀਆ ਦੇ ਵਿੱਚ ਲਾਈਵ ਸੁਣੀ ਜਾਵੇਗੀ ਜੀ। ਤੇ ਇੱਕ ਸਵਾਗਤ ਹੈ ਜੀ ਤੁਹਾਡਾ। ਧੰਨਵਾਦ। ਤੇ ਜੀ ਆਇਆਂ ਨੂੰ ਕਹਿੰਦੇ ਆ ਜੀ ਪਹਿਲਾਂ KTV ਦੇ ਉੱਪਰ ਤੁਹਾਡਾ ਜੀ। ਧੰਨਵਾਦ ਜੀ। ਧੰਨਵਾਦ ਸਰ। ਧੰਨਵਾਦ। ਹਾਂਜੀ, ਤੇ ਨਾਲ ਦੀ ਨਾਲ ਜੀ ਆਪਾਂ, ਕਿਉਂਕਿ ਟਾਈਮ ਅੱਗੇ ਬਹੁਤ ਲੇਟ ਹੋ ਚੁੱਕਿਆ, ਤੇ ਪਹਿਲਾਂ ਤਾਂ ਤੁਹਾਡੇ ਦਾ ਧੰਨਵਾਦ ਹੈ ਕਿ ਤੁਸੀਂ ਆਪਣੇ ਬਿਜੀ ਸਕੇਜੂਲ ਦੇ ਵਿੱਚੋਂ ਸਾਨੂੰ ਟਾਈਮ ਦਿੱਤਾ ਸੀ। ਤੇ ਇਹਦੇ ਨਾਲ ਨਾਲ ਜੀ ਹੁਣ ਆਪਾਂ ਜੇਕਰ ਹੋਰ ਗੱਲਾਂ ਬਾਤਾਂ ਦਾ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਪਰ ਜਿਹੜਾ ਟਾਈਮ ਦੀ ਕਹਿੰਦੇ ਕਿ ਸਮਾਂ ਬੜਾ ਸੀਮਤ ਹੁੰਦਾ ਹੈ। ਤੇ ਤੁਹਾਡਾ ਵੀ ਟਾਈਮ ਨਹੀਂ ਵੇਸਟ ਕਰਨਾ ਆਪਾਂ। ਤੇ ਇਸ ਕਰਕੇ ਜਿਹੜਾ ਆਪਾਂ ਮੁੱਦਿਆਂ ਦੀ ਗੱਲ ਹੀ ਕਰਦੇ ਨੇ ਜੀ, ਪੁਆਇੰਟ ਥਰੂ ਪੁਆਇੰਟ ਹੀ ਗੱਲ ਆਪਾਂ ਛੇਤੀ ਕਰ ਲੈਂਦੇ ਹਾਂ, ਕਿਉਂਕਿ ਦਰਸ਼ਕਾਂ ਦਾ ਵੀ ਟਾਈਮ ਕੀਮਤੀ ਹੈ, ਤੁਹਾਡਾ ਵੀ ਟਾਈਮ ਕੀਮਤੀ ਹੈ। ਤੇ ਬਿਲਕੁਲ ਜੀ। ਤੇ ਅਰਸ਼ਦੀਪ ਸਿੰਘ ਜੀ, ਪਹਿਲਾਂ ਤਾਂ ਇਹ ਕਿ ਆਪਾਂ ਜਿਵੇਂ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੋ, ਪਹਿਲਾਂ ਤਾਂ ਤੁਸੀਂ ਕੀ ਜਿਹੜਾ ਅਕਾਲੀ ਬਸਪਾ ਗੱਠਜੋੜ ਹੋਇਆ, ਪਹਿਲਾਂ ਤਾਂ ਇਹਦੇ ਬਾਰੇ ਤੁਸੀਂ ਸੰਖੇਪ ਸ਼ਬਦਾਂ ਦੇ ਵਿੱਚ ਦੱਸਣਾ ਕਿ ਇਹ ਜਿਹੜਾ ਪਹਿਲਾਂ ਭਾਜਪਾ ਦੇ ਨਾਲ ਗੱਠਜੋੜ ਸੀ ਉਹ ਤੁਹਾਨੂੰ ਬੈਟਰ ਉਦੋਂ ਲੱਗ ਰਿਹਾ ਸੀ, ਜਾਂ ਹੁਣ ਵਾਲਾ ਗੱਠਜੋੜ ਉਹ ਬੈਟਰ ਲੱਗ ਰਿਹਾ ਜੀ? ਦੇਖੋ ਸੋਲ ਸਾਹਿਬ, ਗੱਲ ਇਹ ਹੈ ਕਿ ਕੋਈ ਵੀ ਜਿਹੜਾ ਗੱਠਜੋੜ ਹੁੰਦਾ ਉਹ ਵਿਚਾਰਾਂ ਦਾ ਗੱਠਜੋੜ ਹੁੰਦਾ ਹੈ। ਉਹ ਆਪਣੀ ਪਾਰਟੀ ਦੇ ਕੰਮਾਂ ਨੂੰ ਅੱਗੇ ਲੈ ਕੇ ਜਾਣ ਦਾ ਗੱਠਜੋੜ ਹੁੰਦਾ ਹੈ। ਔਰ 1996 ਦੇ ਵਿੱਚ ਵੀ ਬਸਪਾ ਨਾਲ ਸਾਡਾ ਗੱਠਜੋੜ ਰਿਹਾ। ਔਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਸੀ ਤਾਂ ਪੰਜਾਬ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਕਲੀਨ ਸਵੀਪ ਕਰ ਗਈਆਂ ਸੀ ਇਹ ਦੋਨੇ ਪਾਰਟੀਆਂ। ਉਸ ਤੋਂ ਬਾਅਦ ਫਿਰ ਠੀਕ ਹੈ ਕਿ ਸਮਾਂ ਥੋੜਾ ਬਦਲਿਆ ਕੇਂਦਰ ਦੇ ਵਿੱਚ, ਕਿਉਂਕਿ ਜਦੋਂ ਤੁਸੀਂ ਸੂਬੇ ਦੀ ਤਰੱਕੀ ਕਰਾਉਣੀ ਹੈ ਤਾਂ ਤੁਹਾਨੂੰ ਕੇਂਦਰ ਦੇ ਵਿੱਚ ਭਾਈਵਾਲੀ ਚਾਹੀਦੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਨਾਲ ਕਦੇ ਵੀ ਕੇਂਦਰ ਦੇ ਵਿੱਚ ਨਹੀਂ ਜਾ ਸਕਦਾ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜੇ ਸਿੱਖਾਂ ਦਾ ਸਭ ਤੋਂ ਵੱਡਾ ਕੋਈ ਨੁਕਸਾਨ ਕੀਤਾ ਤਾਂ ਕਾਂਗਰਸ ਨੇ ਕੀਤਾ। ਚਾਹੇ ਉਹ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਵੇ, ਚਾਹੇ ਸਾਡਾ 84 ਦਾ ਸਿੱਖ ਕਤਲੇਆਮ ਹੋਵੇ, ਉਸ ਤੋਂ ਪਹਿਲਾਂ ਐਮਰਜੈਂਸੀ ਦੇ ਵਿੱਚ ਜੋ ਕੁਝ ਹੋਇਆ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ। ਔਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਰਹੇ ਔਰ ਬੜੀ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਮਸਲੇ ਹੱਲ ਕਰਾਈਏ। ਔਰ ਜਦ ਤੱਕ ਵਾਜਪਾਈ ਸਾਹਿਬ ਸੀ ਤਾਂ ਮੈਂ ਨਹੀਂ ਝੂਠ ਬੋਲਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਬਹੁਤ ਚੰਗੇ ਤਾਲੁਕਾਤ ਰਹੇ, ਬਹੁਤ ਸੁਣਵਾਈ ਵੀ ਹੋਈ। ਪਰ ਜਦੋਂ ਐਤਕੀ ਮੋਦੀ ਸਾਹਿਬ ਦਾ ਤੇ ਅਮਿਤ ਸ਼ਾਹ ਦਾ ਦੌਰ ਆਇਆ ਤੇ ਉਹ ਚੀਜ਼ਾਂ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਜਿੱਦਾਂ ਕਿ ਅਸੀਂ ਕਦੇ ਵੀ ਸੱਤਾ ਦੀ ਲਾਲਚੀ ਪਾਰਟੀ ਨਹੀਂ ਰਹੇ, ਅਸੀਂ ਕੰਮਾਂ ਦੇ ਉੱਤੇ ਜ਼ਿਆਦਾ ਕੇਂਦਰਿਤ ਹੋਏ ਕਿ ਪੰਜਾਬ ਲਈ ਕੀ। ਅਗਰ 84 ਦਾ ਇਨਸਾਫ ਦਵਾਇਆ ਤਾਂ ਉਹ ਵੀ ਇਸ ਵਾਰ ਲੜਾਈ ਲੜ ਕੇ ਦਵਾਇਆ। ਹੋਰ ਜੇ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜੇ ਕੋਈ ਇਨਫਰਾਸਟ੍ਰਕਚਰ ਡਿਵੈਲਪਮੈਂਟ ਹੋਈ, ਵੱਡੇ ਹਾਈਵੇ ਹੋਏ, ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਸਰਕਾਰ ਸੀ, ਕੇਂਦਰ ਦੇ ਵਿੱਚ BJP ਆ ਗਈ ਤਾਂ ਉਹ ਕੰਮ ਹੋਏ। ਪਰ ਜਿੱਥੇ ਜਾ ਕੇ ਸਭ ਤੋਂ ਵੱਡਾ ਮੁੱਦਾ ਖੇਤੀ ਬਿੱਲਾਂ ਦਾ ਜਦੋਂ ਆ ਗਿਆ ਤਾਂ ਖੇਤੀ ਬਿੱਲਾਂ ਦੇ ਉੱਤੇ ਸਾਨੂੰ ਲਗਾਤਾਰ ਭਾਜਪਾ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਜੋ ਕਿਸਾਨਾਂ ਦੇ ਖਰਚੇ ਅਸੀਂ ਉਹਨਾਂ ਤੱਕ ਪਹੁੰਚਾ ਰਹੇ ਹਾਂ, ਉਹਨਾਂ ਨੂੰ ਬਿਨਾਂ ਕਲੀਅਰ ਕੀਤੇ ਬਿੱਲ ਨਹੀਂ ਲੈ ਕੇ ਆਏ ਜਾਣਗੇ। ਪਰ ਸਾਨੂੰ ਉਦੋਂ ਵੱਡਾ ਝਟਕਾ ਲੱਗਿਆ ਜਦੋਂ ਸਾਡੇ ਨਾਲ ਵਿਸ਼ਵਾਸਘਾਤ ਕਰਕੇ ਉਹ ਬਿੱਲ ਪਾਰਲੀਮੈਂਟ ਦੇ ਵਿੱਚ ਟੇਬਲ ਕਰ ਦਿੱਤੇ ਗਏ। ਫਿਰ ਜਿੱਦਾਂ ਕਿ ਮੈਂ ਕਿਹਾ ਕਿ ਅਸੀਂ ਸਿਧਾਂਤਾਂ ਦੀ ਪਾਰਟੀ ਹਾਂ, ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਅਲਾਇੰਸ ਵੀ ਛੱਡਿਆ, ਵਜ਼ੀਰੀ ਵੀ ਛੱਡੀ ਔਰ ਅਸੀਂ ਆਪਦਾ ਅੱਡ ਰਾਹ ਚੁਣਿਆ। ਔਰ ਹੁਣ ਜੇ ਤੁਸੀਂ ਆਓਗੇ ਬਸਪਾ ਦੇ ਨਾਲ ਅਲਾਇੰਸ ਦੇ ਉੱਤੇ ਤਾਂ ਤੁਸੀਂ ਦੇਖੋਗੇ ਕਿ ਸੋਲ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਆਪਾਂ ਬਹੁਜਨ ਸਮਾਜ ਪਾਰਟੀ ਹੋਵੇ, ਇਹ ਦੋਨੋਂ ਪਾਰਟੀਆਂ ਦੇ ਵਿੱਚ ਇੱਕ ਚੀਜ਼ ਸਦਾ ਕਾਮਨ ਰਹੀ ਹੈ ਕਿ ਗਰੀਬ ਦੀ ਭਲਾਈ ਕਿੱਦਾਂ ਕਰਨੀ ਹੈ, ਕਮਜ਼ੋਰ ਨੂੰ ਕਿੱਦਾਂ ਨਾਲ ਲੈ ਕੇ ਚੱਲਣਾ। ਔਰ ਇਹ ਦੋਨੇ ਪਾਰਟੀਆਂ ਦਾ ਫਲਸਫਾ ਹਮੇਸ਼ਾ ਸਰਕਾਰ ਨਹੀਂ ਵੈਲਫੇਅਰ ਸਟੇਟ ਰਿਹਾ। ਸੋ ਇਹ ਅਲਾਇੰਸ ਇੱਕ ਨੈਚੁਰਲ ਅਲਾਇੰਸ ਹੈ ਔਰ ਹੁਣ ਇਹ ਅਲਾਇੰਸ ਲੈ ਕੇ ਅੱਗੇ 2022 ਤੋਂ ਬਾਅਦ ਲੋਕ, ਪ੍ਰਮਾਤਮਾ ਮਿਹਰ ਕਰੂ, ਪੰਜਾਬ ਦੇ ਲੋਕ ਵਿਸ਼ਵਾਸ ਜਤਾਉਣਗੇ ਤਾਂ ਪੰਜਾਬ ਨੂੰ ਨਵੀਆਂ ਲੀਹਾਂ ਤੇ ਲੈ ਕੇ ਜਾਏਗਾ ਅਲਾਇੰਸ।
ਪਰ ਤੁਸੀਂ ਗੱਲਬਾਤ ਕਲੀਅਰ ਸਾਹਿਬ ਇਹ ਗੱਲ ਕਿ ਗਰੀਬ ਦੀ ਭਲਾਈ, ਪਰ ਇਸ ਵਕਤ ਗਰੀਬ ਦੀ ਭਲਾਈ ਨਹੀਂ, ਗਰੀਬ ਦੀ ਧੁਲਾਈ ਹੋ ਰਹੀ ਹੈ ਜੀ। ਬਿਲਕੁਲ ਜੀ। ਇੱਕ ਗੱਲ ਜ਼ਰੂਰ ਕਹਿ ਦਿਆਂ ਕਿ ਬਿਜਲੀ ਦੇ ਬਿੱਲਾਂ ਦਾ ਰੇਟ ਕਿੱਥੇ ਅੱਜ, ਬਿਜਲੀ ਬਿਲਕੁਲ ਪੰਜਾਬ ਦੇ ਵਿੱਚ ਬਿਲਕੁਲ ਬੱਤੀ ਠੱਪ ਪਈ ਹੈ ਜੀ। ਤੇਲ ਦਾ ਕਿੱਥੇ ਤੱਕ ਰੇਟ ਚਲਿਆ ਗਿਆ ਜੀ। ਨਾਲ ਦੀ ਨਾਲ ਮੈਂ ਕਹਿੰਦਾ ਦਾਲਾਂ ਸਬਜ਼ੀਆਂ, ਗਰੀਬ ਵਿਚਾਰਾ ਉਹਦੀ ਤਾਂ ਧੁਲਾਈ ਹੋ ਰਹੀ ਜੀ। ਗਰੀਬ ਦੀ ਭਲਾਈ ਤਾਂ ਕਦੋਂ ਹੋਣੀ ਹੈ ਜੀ? ਜੀ ਲਾਡੀ ਸਾਹਿਬ, ਮੈਂ ਫੇਰ ਦੁਬਾਰਾ ਤੁਹਾਨੂੰ ਜੇ ਥੋੜਾ ਜਿਹਾ ਪਿੱਛੇ ਲੈ ਜਾਂ, ਤੁਸੀਂ ਦੇਖੋਗੇ ਕਿ ਜਦੋਂ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਲਾਂਭੇ ਹੋਇਆ, ਉਦੋਂ ਪੰਜਾਬ ਦੇ ਵਿੱਚ ਬਿਜਲੀ ਦਾ ਰੇਟ 5 ਰੁਪਏ ਸੀ, ਜਿਹੜਾ ਅੱਜ 10 ਤੋਂ 12 ਰੁਪਏ ਹੋ ਗਿਆ। ਔਰ ਬਾਰ-ਬਾਰ ਜਿਹੜੀ ਸਰਕਾਰ ਮੌਜੂਦਾ ਹੈ, ਇਹ ਪਿਛਲੀ ਸਰਕਾਰ ਤੇ ਸਵਾਲ ਚੱਕਦੀ ਹੈ। ਮੈਂ ਤਾਂ ਇਹ ਗੱਲ ਕਹਿਣਾ ਕਿ ਅਗਰ ਪਿਛਲੀ ਸਰਕਾਰ ਤੇ ਸਵਾਲ ਚੱਕਣਾ ਹੈ ਤਾਂ ਪਹਿਲਾਂ ਪਿਛਲੀ ਸਰਕਾਰ ਵਾਲੇ ਕੰਮ ਕਰੋ। ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਨੂੰ ਬਿਜਲੀ ਸਰਪਲਸ ਕੀਤਾ, ਨਵੀਆਂ ਲਾਈਨਾਂ ਵਿਛਾਈਆਂ, ਟਰਾਂਸਫਾਰਮ ਲਾਏ, ਔਰ ਤੁਸੀਂ ਦੇਖੋਗੇ ਉਸੇ ਦੇ ਸਦਕਾ ਇਹ ਸਰਕਾਰ ਦੇ 2 ਸਾਲ ਨਿਕਲ ਗਏ। ਨਹੀਂ ਤਾਂ ਇਹ ਸਰਕਾਰ ਨੇ 1 ਮੈਗਾਵਾਟ ਬਿਜਲੀ ਦੀ ਪੈਦਾਵਾਰ ਵਧਾਈ ਨਹੀਂ, ਨਾ ਕੋਈ ਨਵੀਂ ਲਾਈਨ, ਨਾ ਕੋਈ ਨਵਾਂ ਟਰਾਂਸਫਾਰਮ। ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਤੱਕ ਉਰੇ ਤੱਕ ਆ ਗਏ। ਔਰ ਉਸ ਤੋਂ ਬਾਅਦ ਜਿਹੜੀ ਦੂਸਰੀ ਵੱਡੀ ਗੱਲ ਹੈ, ਮੈਂ ਤੁਹਾਡੇ ਮਾਧਿਅਮ ਨਾਲ ਚੈਲੰਜ ਕਰਦਾ ਕਿ ਇੱਕ ਸਕੀਮ ਕਾਂਗਰਸ ਦੱਸੇ ਜਿਹੜੀ ਗਰੀਬ ਲਈ ਲੈ ਕੇ ਆਈ ਹੋਵੇ, ਕਿਉਂਕਿ ਆਟਾ ਦਾਲ ਸਕੀਮ ਹੋਵੇ, ਸ਼ਗਨ ਸਕੀਮ ਹੋਵੇ, ਬੁਢਾਪਾ ਪੈਨਸ਼ਨ ਹੋਵੇ, SC BC ਨੂੰ ਜਿਹੜੇ ਬਿਜਲੀਆਂ ਦੇ ਯੂਨਿਟ ਮਾਫ ਹੋਣ, ਖੇਤੀਬਾੜੀ ਸੈਕਟਰ ਨੂੰ ਜਿਹੜੀ ਬਿਜਲੀ ਮਾਫ ਹੈ, ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦਾ ਹੈ। ਕਾਂਗਰਸ ਨੇ ਇਹਦੇ ਚ ਨਵਾਂ ਗਰੀਬ ਦੀ ਭਲਾਈ ਲਈ ਇੱਕ ਚੀਜ਼ ਵੀ ਨਹੀਂ ਜੋੜੀ। ਇਹ ਮੇਰਾ ਚੈਲੰਜ ਦੇ ਉੱਤੇ ਚੈਲੰਜ ਹੈ ਕਾਂਗਰਸ ਪਾਰਟੀ ਨੂੰ। ਪਰ ਕਲੇਰ ਸਾਹਿਬ ਇੱਕ ਗੱਲ ਜ਼ਰੂਰ ਹੈ ਕਿ ਇਹ ਸਾਰਾ ਕੁਝ ਮੰਨ ਗਏ ਕਿ ਸ਼੍ਰੋਮਣੀ ਅਕਾਲੀ ਦਲ ਲੈ ਕੇ, ਸ਼੍ਰੋਮਣੀ ਅਕਾਲੀ ਦਲ ਦੀਆਂ ਜਦੋਂ ਕਿ 2012 ਦੇ ਵਿੱਚ 56 ਸੀਟਾਂ ਸੀ, ਪਰ ਕਾਰਨ ਕੀ ਬਣਿਆ ਕਿ 10 ਸਾਲ ਸੱਤਾ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦਾ ਗ੍ਰਾਫ ਕਿਉਂ 2017 ਦੇ ਵਿੱਚ ਇੰਨਾ ਥੱਲੇ ਡਿੱਗ ਗਿਆ? ਜੀ ਕਲੇਰ ਸਾਹਿਬ। ਦੇਖੋ ਲਾਡੀ ਜੀ, ਉਹਦੇ ਬਹੁਤ ਵੱਡੇ ਕਾਰਨ ਰਹੇ, ਜਿਹਦਾ ਮੈਂ ਸਭ ਤੋਂ ਵੱਡਾ ਕਾਰਨ ਤੁਹਾਡੇ ਚੈਨਲ ਦੇ ਉੱਤੇ ਕਬੂਲਦਾ ਕਿ ਇਸ ਚੀਜ਼ ਦਾ ਹਮੇਸ਼ਾ ਅਫਸੋਸ ਰਹੇਗਾ, ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਚੀਜ਼ ਦੀ ਹਮੇਸ਼ਾ ਇੱਕ ਤਰ੍ਹਾਂ ਦੀ ਪਛਤਾਵਾ ਹੈ ਕਿ ਸਾਡੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ, ਔਰ ਉਹਦੀ ਸਜ਼ਾ ਕਿਤੇ ਨਾ ਕਿਤੇ ਲੋਕਾਂ ਨੇ ਸਾਨੂੰ ਦਿੱਤੀ। ਔਰ ਦੂਸਰੀ ਜਿਹੜੀ ਵੱਡੀ ਗੱਲ ਹੈ ਕਿ ਕਾਂਗਰਸ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ, ਕੈਪਟਨ ਅਮਰਿੰਦਰ ਸਿੰਘ ਨੇ, ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜੇ ਕਿਤੇ ਕੋਈ ਗੱਲ ਬਾਹਲੀ ਵਿਗੜ ਜੇ ਤਾਂ ਗੱਲ ਸਹੁੰ ਤੇ ਆ ਕੇ ਨਿਬੜਦੀ ਹੈ। ਔਰ ਉਹ ਇੱਕ ਹੁਕਮ ਦਾ ਪੱਤਾ ਜਾਂ ਇੱਕ ਲਾਸਟ ਜਿਹੜੀ ਇੱਕ ਚੀਜ਼ ਸੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ, ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਲਿਆ ਤੇ ਪੰਜਾਬੀਆਂ ਦੇ ਨਾਲ ਜਿਹੜੇ ਮੋٹے ਤੌਰ ਤੇ ਵਾਅਦੇ ਕੀਤੇ, ਉਹਦੇ ਚ ਬੇਅਦਬੀਆਂ ਦਾ ਇਨਸਾਫ, ਘਰ ਘਰ ਨੌਕਰੀ, ਪੂਰਨ ਕਰਜ਼ਾ ਮਾਫੀ ਤੇ ਨਸ਼ਾ ਮੁਕਤ ਪੰਜਾਬ। ਔਰ ਤੁਸੀਂ ਦੇਖੋਗੇ ਕਿ ਅੱਜ 4.5 ਸਾਲ ਨਿਕਲਣ ਤੋਂ ਬਾਅਦ ਵੀ ਨਾ ਤਾਂ ਨੌਕਰੀਆਂ ਮਿਲੀਆਂ। ਨੌਕਰੀਆਂ ਕਿਹਨੂੰ ਦਿੱਤੀਆਂ? ਬੇਅੰਤ ਸਿੰਘ ਦੇ ਪੋਤੇ ਨੂੰ, ਫਤਿਹ ਜੰਗ ਬਾਜਵਾ ਦੇ ਮੁੰਡੇ ਨੂੰ, ਰਕੇਸ਼ ਪਾਂਡੇ ਦੇ ਮੁੰਡੇ ਨੂੰ। ਜੇ ਕਰਜ਼ਾ ਮਾਫ ਕੀਤਾ ਤਾਂ ਬੀਬੀ ਭੱਠਲ ਦਾ 80 ਲੱਖ ਰੁਪਏ ਦਾ ਕਰਜ਼ਾ ਮਾਫ ਕੀਤਾ। ਔਰ ਨਸ਼ੇ ਦਾ ਜੋ ਹਾਲ ਹੈ ਉਹ ਤਾਂ ਅੱਜ ਕੱਲ ਸਾਰਿਆਂ ਨੂੰ ਪਤਾ ਹੈ ਕਿ ਨਸ਼ਾ ਤਾਂ ਮੈਨੂੰ ਲੱਗਦਾ ਪੰਜਾਬ 'ਚ ਕਈ ਸੌ ਗੁਣਾ ਵਧਾਤਾ। ਹੁਣ ਤਾਂ ਇਹ ਇੱਕ ਨਵਾਂ ਸਟੱਡੀ ਆਈ ਹੈ ਜਿਹੜੀ ਕਹਿੰਦੀ ਹੈ ਕਿ ਨਸ਼ਾ ਹੁਣ ਪੰਜਾਬ 'ਚ ਬਾਹਰੋਂ ਨਹੀਂ ਆ ਰਿਹਾ, ਅੰਦਰ ਹੀ ਇਹਨਾਂ ਨੇ ਪੈਦਾ ਕਰਨ ਲਾਤਾ। ਇਹ ਹਾਲਾਤ ਨੇ। ਸੋ ਉਹ ਚੀਜ਼ਾਂ ਦੇ ਉੱਤੇ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਕਾਂਗਰਸ ਨੂੰ ਵੋਟਾਂ ਪਾਈਆਂ, ਪਰ ਮੈਨੂੰ ਲੱਗਦਾ ਕਿ 420 ਹੋ ਗਈ ਲੋਕਾਂ ਦੇ ਨਾਲ, ਜਿਹਦਾ ਬਦਲਾ ਹੁਣ 2022 ਦੇ ਵਿੱਚ ਪੰਜਾਬ ਦੀ ਜਨਤਾ ਲਊਗੀ। ਤੁਸੀਂ ਕਲੇਰ ਸਾਹਿਬ ਗੱਲ ਕੀਤੀ ਕਿ ਸਾਡੇ ਰਾਜ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਮੌਕੇ ਬੇਅਦਬੀ ਕਾਂਡ ਜ਼ਰੂਰ ਹੋਇਆ, ਬੇਅਦਬੀ ਕਾਂਡ ਹੋਇਆ, ਪਰ ਤੁਸੀਂ ਉਸ ਮੌਕੇ ਸਰਕਾਰ ਤੁਹਾਡੀ ਸੱਤਾ ਦੇ ਵਿੱਚ 2015 ਦੇ ਵਿੱਚ ਇਹ ਹੋਇਆ, 2017 ਦੇ ਵਿੱਚ ਇਲੈਕਸ਼ਨ ਹੋ ਰਹੀ, ਤੁਹਾਡੇ ਕੋਲ 2 ਸਾਲ ਦਾ ਸਮਾਂ ਸੀ। 2 ਸਾਲ ਦੇ ਸਮੇਂ ਦੇ ਵਿੱਚ ਤੁਸੀਂ ਬੇਅਦਬੀ ਦਾ ਇਨਸਾਫ ਵੀ ਦੇ ਸਕਦੇ ਸੀ, ਜੇਕਰ ਕੋਈ ਕਿਸੇ ਕਿਸਮ ਦਾ ਲੋਕਾਂ ਨੂੰ ਸਪਸ਼ਟੀਕਰਨ ਦੇ ਸਕਦੇ ਸੀ, ਭਾਈ ਆਹ ਰੀਜ਼ਨ ਆ, ਕਾਰਨ ਬੇਅਦਬੀ ਹੋਈ, ਉਹਨਾਂ ਨੂੰ ਸਜ਼ਾ ਜ਼ਰੂਰ ਦੇ ਸਕਦੇ ਸੀ। ਕਿਉਂਕਿ ਲੋਕਾਂ ਦਾ ਮੇਨ ਮਕਸਦ ਇਹ ਆ, ਲੋਕ ਤੁਹਾਡੇ ਤੇ ਟਿੱਪਣੀਆਂ ਇਸ ਕਰਕੇ ਕਰ ਰਹੇ ਨੇ ਜਾਂ ਇਸ ਕਰਕੇ ਤੰਜ ਕੱਸ ਰਹੇ ਨੇ ਕਿ ਅਕਾਲੀ ਦਲ ਦੀ ਸਰਕਾਰ ਮੌਕੇ ਬੇਅਦਬੀ ਕਾਂਡ ਹੋਇਆ। ਜੀ ਕਲੇਰ ਸਾਹਿਬ। ਲਾਡੀ ਸਾਹਿਬ, ਤੁਸੀਂ ਨਾ ਇੱਕ ਗੱਲ ਜ਼ਰਾ ਦੇਖੋ ਕਿ ਜਿਸ ਦੀ ਸਰਕਾਰ ਸਹੀ ਚੱਲ ਰਹੀ ਹੋਵੇ, 2012 ਤੋਂ ਬਾਅਦ ਲੋਕਾਂ ਨੇ ਦੁਬਾਰਾ ਸਾਨੂੰ ਫਤਵਾ ਦਿੱਤਾ, ਬੇਅਦਬੀਆਂ ਜੋ ਕੀਤੀਆਂ, ਕਿਸੇ ਨੇ ਨੀਚ, ਕਿਸੇ ਬੰਦੇ ਦੀ ਨੀਚ ਸੋਚ, ਗਿਰੀ ਹੋਈ ਮਰੀ ਹੋਈ ਜ਼ਮੀਰ ਦੇ ਕੰਮ ਸੀ, ਔਰ ਇਹ ਕੰਮ ਹੀ ਸਰਕਾਰ ਨੂੰ ਬਦਨਾਮ ਕਰਨ ਲਈ ਕੀਤੇ ਗਏ ਸੀ। ਔਰ ਜੇ ਤੁਸੀਂ ਦੂਜੇ ਪਾਸੇ ਦੇਖੋਗੇ ਤਾਂ ਇਹ ਵੀ ਇੱਕ ਬੜਾ ਵੱਡਾ ਵਿਸ਼ਾ ਹੈ ਕਿ ਲੋਕ ਕਹਿੰਦੇ ਕਿ 1.5 ਸਾਲ ਸਰਕਾਰ ਰਹੀ ਤੇ ਬੇਅਦਬੀ ਦਾ ਇਨਸਾਫ ਨਹੀਂ ਦਵਾਇਆ। ਮੈਂ ਤੁਹਾਡੇ ਮਾਧਿਅਮ ਨਾਲ ਦੁਬਾਰਾ ਇਹ ਗੱਲ ਦੱਸਣੀ ਚਾਹੁੰਦਾ ਕਿ ਅਕਤੂਬਰ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਤੇ 1 ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਬਾਜਵਾ, ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਤੇ ਜਿੰਨੀਆਂ ਜਥੇਬੰਦੀਆਂ ਨੇ, ਚਾਹੇ ਦਾਦੂਵਾਲ ਸਾਹਿਬ ਹੋਣ, ਮੰਡ ਸਾਹਿਬ ਹੋਣ ਜਾਂ ਹੋਰ ਵੀ ਜਿੰਨੀਆਂ ਸਿੱਖ ਜਥੇਬੰਦੀਆਂ, ਇਹਨਾਂ ਦੀ ਮੰਗ ਦੇ ਉੱਤੇ CBI ਨੂੰ ਭੇਜ ਦਿੱਤੀ ਗਈ। ਇਹ ਕਹਿੰਦੇ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਇਹਦੀ ਜਾਂਚ ਅਸੀਂ CBI ਤੋਂ ਕਰਾਉਣੀ ਹੈ। ਔਰ ਇਹਨਾਂ ਦੀ ਮੰਗ ਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਚਾਹਿਆ ਕਿ ਜੋ ਵੀ ਬੇਅਦਬੀਆਂ ਦੇ ਦੋਸ਼ੀ ਹੈ, ਸਾਡੀ ਰੂਹ ਦੀ ਮੰਗ ਹੈ ਕਿ ਉਹ ਜਨਤਕ ਹੋਣੇ ਚਾਹੀਦੇ, ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਨੇ।
ਔਰ 2017 ਦੇ ਵਿੱਚ ਸਰਕਾਰ ਬਦਲਦੀ ਹੈ। ਤੁਸੀਂ ਇੱਕ ਹੋਰ ਵੱਡੀ ਗੱਲ ਦੇਖੋਗੇ ਕਿ ਕੇਂਦਰ ਦੇ ਵਿੱਚ ਤਾਂ 2015 ਦੇ ਵਿੱਚ ਵੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੈ, 2017 ਦੇ ਵਿੱਚ ਵੀ ਕੇਂਦਰ 'ਚ ਉਹੀ ਸਰਕਾਰ ਹੈ, ਔਰ ਪੰਜਾਬ 'ਚ ਸਰਕਾਰ ਬਦਲਦੀ ਹੈ ਤਾਂ ਇੱਕਦਮ ਕਾਂਗਰਸ ਨੂੰ ਪੰਜਾਬ ਪੁਲਿਸ ਤੇ ਭਰੋਸਾ ਹੋ ਜਾਂਦਾ ਹੈ। ਔਰ ਵਿਧਾਨ ਸਭਾ ਦੇ ਵਿੱਚ ਜੋ ਡਰਾਮਾ ਕੀਤਾ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਂ ਤੇ, ਉਹ ਸਭ ਦੇ ਸਾਹਮਣੇ ਹੈ, ਔਰ ਫਿਰ ਇਹ ਜਾਂਚ ਉਰੇ ਲਿਆਉਂਦੇ ਨੇ। ਸੋ ਸ਼੍ਰੋਮਣੀ ਅਕਾਲੀ ਦਲ ਕੋਲੇ ਜਾਂਚ 15 ਦਿਨ ਰਹੀ ਹੈ, ਉਸ ਤੋਂ ਬਾਅਦ ਇਹਨਾਂ ਦੀ ਮੰਗ ਤੇ CBI ਕੋਲ ਚਲੀ ਗਈ, ਹੁਣ ਇਹਨਾਂ ਕੋਲੇ ਹੈ। ਸੋ ਅਗਰ ਕੋਈ ਨਾਕਾਮ ਹੈ ਤਾਂ ਜਾਂ ਕੇਂਦਰ ਦੀ CBI ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਸਰਕਾਰ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੋਲੇ 15 ਦਿਨ ਸੀ, ਔਰ 15 ਦਿਨ ਤੁਸੀਂ ਸਮਝ ਸਕਦੇ ਹੋ ਕਿ ਕਿੱਡਾ ਗੰਭੀਰ ਮੁੱਦਾ ਸੀ, ਤੇ 15 ਦਿਨ ਦੇ ਵਿੱਚ ਉਹ 'ਚ ਕੀ ਜਾਂਚ ਹੋ ਸਕਦੀ ਸੀ। ਪਰ ਮੈਂ ਇੱਕ ਗੱਲ ਨਾਲ ਕਲੇਰ ਸਾਹਿਬ ਇਹ ਗੱਲ ਕਹਿ ਦਿਆਂ ਕਿ ਕੇਂਦਰ ਨਾਲੋਂ ਭਾਈਵਾਲ ਆਪਣਾ ਅਕਤੂਬਰ 2000 ਪਿਛਲੇ ਸਾਲ ਹੀ ਜਿਹੜੇ ਕੀ ਗਠਬੰਧਨ ਜਿਹੜਾ ਕਿ ਉਹਨਾਂ ਨਾਲ ਟੁੱਟਿਆ, 22 ਸਾਲ ਪੁਰਾਣਾ ਲਾਈਨ ਸੀ, 22 ਸਾਲ ਪੁਰਾਣਾ। ਪਰ ਜਦੋਂ CBI ਕੋਲ ਜਾਂਚ ਚਲੀ ਗਈ, CBI ਕੇਂਦਰ ਦੇ ਅੰਡਰ ਆ, ਕੇਂਦਰ ਦੇ ਵਿੱਚ ਤੁਸੀਂ ਉੱਥੇ ਬਿਲਕੁਲ ਵਜ਼ੀਰ ਬੈਠੇ ਹੋ, ਉਹ ਤੁਸੀਂ ਵੀ ਇਹ ਗੱਲ ਕਹਿ ਕੇ ਕਰਵਾ ਸਕਦੇ ਸੀ ਕਿ ਅਕਾਲੀ ਦਲ ਬੇਸ਼ੱਕ ਨਹੀਂ ਵੀ ਉਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੈਗੀ, ਪਰ ਸੈਂਟਰ ਦੇ ਵਿੱਚ ਤਾਂ BJP ਅਕਾਲੀ ਦਲ ਦਾ ਗੱਠਜੋੜ ਸੀ। ਜੀ ਕਲੇਰ ਸਾਹਿਬ, ਤੁਸੀਂ ਇਹ ਗੱਲ ਮੈਂ ਤੁਹਾਨੂੰ ਔਨ ਰਿਕਾਰਡ ਕਹਿਣਾ ਜੀ ਕਿ ਜਦੋਂ CBI ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਹੈ ਤਾਂ ਪੰਜਾਬ ਦੇ ਅਗਰ ਕਿਸੇ ਪੋਲੀਟੀਕਲ ਪਾਰਟੀ ਨੇ ਉਹਦਾ ਕੋਰਟ ਦੇ ਵਿੱਚ ਜਾ ਕੇ ਵਿਰੋਧ ਕੀਤਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਸੀ, ਔਰ ਮੈਂ ਵਕੀਲ ਸੀ। ਮੈਂ ਆਪ ਜਾ ਕੇ ਮੋਹਾਲੀ ਦੀ ਕੋਰਟ ਦੇ ਵਿੱਚ ਉਸ ਕਲੋਜ਼ਰ ਰਿਪੋਰਟ ਦਾ ਵਿਰੋਧ ਕੀਤਾ, CBI ਦਾ ਰਿਟਨ ਐਫੀਡੇਵਿਟ ਫਾਈਲ ਕਰਕੇ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਸਾਨੂੰ ਫੜ ਕੇ ਦਿਓ, ਇਹ ਕੇਸ ਕਲੋਜ਼ ਨਾ ਕਰੋ, ਇਨਵੈਸਟੀਗੇਟ ਕਰੋ, ਔਰ ਜੋ ਵੀ ਦੋਸ਼ੀ ਲੋਕਾਂ ਸਾਹਮਣੇ ਲਿਆਓ। ਔਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਸ ਚੀਜ਼ ਦੀ ਮੰਗ ਵੀ ਕਰਦਾ ਹੈ, ਔਰ ਲੀਗਲੀ ਵੀ ਅਗਰ ਕਿਸੇ ਨੇ ਇਸ ਚੀਜ਼ ਦੀ ਲੜਾਈ ਲੜੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੈ। ਮੈਂ ਦਾਅਵੇ ਨਾਲ ਕਹਿਣਾ ਕਿ ਕਾਂਗਰਸ ਨੇ ਇਸ ਚੀਜ਼ ਦੀ ਕਦੇ ਲੜਾਈ ਨਹੀਂ ਲੜੀ ਕਿ ਕਲੋਜ਼ਰ ਰਿਪੋਰਟ ਕਿਉਂ ਫਾਈਲ ਹੋਈ ਹੈ। ਠੀਕ ਹੈ ਅਰਸ਼ਦੀਪ ਸਿੰਘ ਜੀ, ਇੱਥੇ ਮੇਰੇ ਕੋਲ 2-3 ਸਵਾਲ ਜਮ੍ਹਾਂ ਹੋ ਗਏ ਜੀ ਤੁਹਾਡੀ ਗੱਲਬਾਤ ਦੇ ਵਿੱਚੋਂ ਹੀ। ਪਹਿਲਾਂ ਹੁਣ ਜਿਹੜਾ ਆਪਾਂ ਇਸੇ ਮਸਲੇ ਤੇ ਮੈਂ ਤੁਹਾਨੂੰ ਸਵਾਲ ਕਰ ਲੈਣਾ ਜੀ, ਬੇਅਦਬੀ ਦਾ, ਤੇ ਨਾਲ ਫਿਰ ਬਰਗਾੜੀ ਵਾਲਾ ਗੋਲੀकांड ਹੁੰਦਾ ਹੈ ਜੀ। ਤੇ ਹੁਣ ਜਿਹੜੀ ਕਿ ਪੰਜਾਬ ਪੁਲਿਸ ਜਿਹੜੀ ਕਿ ਜਾਂ ਪੰਜਾਬ ਸਰਕਾਰ ਵੱਲੋਂ ਸਿੱਟ ਬਣਾਈ ਗਈ ਹੈ, ਇਨਵੈਸਟੀਗੇਸ਼ਨ ਟੀਮ ਹੈ, ਉਹ ਜਾਂਚ ਕਰ ਰਹੀ ਹੈ, ਤੇ ਉਹਦੇ ਵਿੱਚ ਉਹਨਾਂ ਨੇ ਵੱਡੇ ਬਾਦਲ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ, ਤੇ ਹੁਣ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਪਰ ਜਿਹੜੀ ਉਹਨਾਂ ਨੇ ਗੱਲਬਾਤ ਦਾ ਜਵਾਬ ਦਿੱਤਾ, ਉਹਨਾਂ ਨੇ ਸਿਰਫ ਦੋਹਾਂ ਨੇ ਸੀਨੀਅਰ ਲੀਡਰਾਂ ਨੇ ਇਹ ਜਵਾਬ ਦਿੱਤਾ ਕਿ ਸਾਨੂੰ ਯਾਦ ਨਹੀਂ ਜੀ, ਸਾਨੂੰ ਚੇਤਾ ਨਹੀਂ। ਜਿਹੜੇ ਵੀ ਸਿੱਟ ਵੱਲੋਂ ਸਵਾਲ ਕੀਤਾ ਜਾਂਦਾ ਕਿ ਕਿਹੜੇ ਅਫਸਰ ਨੂੰ ਫੋਨ ਕੀਤਾ, ਕਿੰਨੇ ਵਜੇ ਫੋਨ ਕੀਤਾ, ਕੌਣ ਕੰਟੈਕਟ ਦੇ ਵਿੱਚ ਸੀ, ਤੇ ਜਵਾਬ ਸਿਰਫ ਦੋਹਾਂ ਮੌਕੇ ਦੇ ਉਸ ਵੇਲੇ ਦੇ ਮੌਕੇ ਦੇ ਮੁੱਖ ਮੰਤਰੀ ਤੇ ਉਸ ਵੇਲੇ ਦੇ ਮੌਕੇ ਦੇ ਹੋਮ ਮਿਨਿਸਟਰ ਤੇ ਡਿਪਟੀ ਚੀਫ ਮਿਨਿਸਟਰ ਵੀ ਉਪ ਮੁੱਖ ਮੰਤਰੀ ਦੋਨੇ ਇਹ ਜਵਾਬ ਦੇ ਰਹੇ ਜੀ ਕਿ ਨਹੀਂ ਜੀ ਸਾਨੂੰ ਯਾਦ ਨਹੀਂ। ਤੇ ਫਿਰ ਜੇ ਹੁਣ ਤੁਸੀਂ ਐਜ਼ ਏ ਵਕੀਲ ਤੁਸੀਂ ਕਿਸੇ ਨੂੰ ਕੋਰਟ ਦੇ ਵਿੱਚ ਇੱਕ ਕਤਲ ਦਾ ਮੁਕੱਦਮਾ ਚੱਲਦਾ ਤੇ ਕਾਤਲ ਕਹੀ ਜਾਵੇ ਜੀ ਮੈਨੂੰ ਕੋਈ ਯਾਦ ਨਹੀਂ ਹੈ ਨਾ, ਤਾਂ ਫਿਰ ਤੁਸੀਂ ਕਿੱਦਾਂ ਲੈਂਦੇ ਕਿ ਸ਼੍ਰੋਮਣੀ ਅਕਾਲੀ ਦਲ ਹੁਣੇ ਹੀ ਜਾਂਚ ਦੇ ਨਾਲ ਸਹਿਯੋਗ ਕਰ ਰਿਹਾ, ਹੁਣ ਵੀ ਕਿਉਂ ਨਹੀਂ ਦੱਸਿਆ ਜਾ ਰਿਹਾ, ਕਿਹੜਾ ਇਹੋ ਜਿਹਾ ਮਸਲਾ ਜਿਹੜਾ ਲੁਕੋਇਆ ਜਾ ਰਿਹਾ ਕਿ ਮੈਨੂੰ ਚੇਤੇ ਨਹੀਂ ਜੀ। ਸੋਲ ਸਾਹਿਬ ਦੇਖੋ, ਮੈਂ ਨਾ ਬੜਾ ਸਪਸ਼ਟ ਕਰ ਦਿਆਂ ਕਿ ਇਹ 3 ਜਾਂਚਾਂ ਚੱਲ ਰਹੀਆਂ ਨੇ। ਇੱਕ ਹੈਗੀ ਬੇਅਦਬੀਆਂ ਦੀ ਜਾਂਚ, ਦੂਜੀ ਹੈਗੀ ਬਹਿਬਲ ਕਲਾਂ ਦੀ ਜਾਂਚ ਜਿੱਥੇ 2 ਸਿੰਘ ਸ਼ਹੀਦ ਹੋਏ ਨੇ, ਤੇ ਤੀਜੀ ਕੋਟਕਪੂਰਾ ਗੋਲੀकांड ਜਿੱਥੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਸੇ ਦੀ ਜਾਨ ਨਹੀਂ ਗਈ, ਸਿਰਫ ਇੱਕ ਬੰਦੇ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ, 307 ਦਾ ਮੁਕੱਦਮਾ ਦਰਜ ਹੈ। ਹਾਂਜੀ, ਔਰ ਤੁਸੀਂ ਕਮਾਲ ਦੀ ਗੱਲ ਦੇਖੋਗੇ ਕਿ ਪੰਜਾਬ ਸਰਕਾਰ ਨਾ ਤਾਂ ਬੇਅਦਬੀਆਂ ਦੀ ਜਾਂਚ ਦੇ ਵਿੱਚ ਇਹਨਾਂ ਦਾ ਕੋਈ ਇੰਟਰਸਟ ਹੈ, ਕਿਉਂਕਿ ਬੇਅਦਬੀਆਂ ਦੀ ਜਾਂਚ ਦੀ ਸਿੱਟ 2021 ਜਨਵਰੀ ਦੇ ਵਿੱਚ ਰੱਦ ਹੋ ਚੁੱਕੀ ਹੈ ਹਾਈ ਕੋਰਟ ਵੱਲੋਂ, ਮਾਨਯੋਗ ਹਾਈ ਕੋਰਟ ਵੱਲੋਂ। ਉਸ ਤੋਂ ਬਾਅਦ ਬਹਿਬਲ ਕਲਾਂ ਦੀ ਜਾਂਚ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਕਿ ਬਹਿਬਲ ਕਲਾਂ ਦੇ ਵਿੱਚ ਕੋਈ ਜਾਂਚ ਹੋ ਰਹੀ ਹੈ। ਗੱਲ ਹੈਗੀ ਕੋਟਕਪੂਰੇ ਦੀ। ਕੋਟਕਪੂਰੇ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਕੋਈ ਅਨਸੁਖਾਵੀ ਘਟਨਾ ਨਹੀਂ, ਸਿਰਫ ਇੱਕ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ। ਉਹ ਜਾਂਚ ਦਾ ਵੀ ਕਿਸ ਤਰੀਕੇ ਦੇ ਨਾਲ ਸਿਆਸੀਕਰਨ ਕੀਤਾ ਗਿਆ, ਹਾਈ ਕੋਰਟ ਦੀ ਜਜਮੈਂਟ ਹੈ। ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂ ਕਿਉਂਕਿ ਕਿਹਾ ਹੈ ਕਿ ਇੱਕ ਸਿਆਸੀ ਜਾਂਚ ਸੀ ਔਰ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ 70 ਟਿੱਪਣੀਆਂ ਹੋਈਆਂ ਨੇ। ਔਰ ਇਹ ਵੀ ਹੁਣ ਇੱਕ ਗੱਲ ਝੂਠ ਪ੍ਰਚਾਰੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਨਹੀਂ ਕਰ ਰਿਹਾ। ਸ਼੍ਰੋਮਣੀ ਅਕਾਲੀ ਦਲ ਲਗਾਤਾਰ, ਚਾਹੇ ਪਹਿਲਾਂ ਦੀ ਸਿੱਟ ਹੋਵੇ ਚਾਹੇ ਹੁਣ ਦੀ ਸਿੱਟ ਹੈ, ਅਸੀਂ ਸਹਿਯੋਗ ਕਰ ਰਹੇ ਹਾਂ। ਹੁਣ ਇਹਦੇ 'ਚ 2 ਪਹਿਲੂ ਨੇ। ਹੁਣ ਜਿਹੜੀ ਕੋਟਕਪੂਰੇ ਗੋਲੀ ਚੱਲਦੀ ਹੈ ਉੱਥੇ SDM ਦਾ ਬਿਆਨ ਦਰਜ ਹੈ ਕਿ ਮੈਂ ਹੁਕਮ ਦਿੱਤੇ ਨੇ ਗੋਲੀ ਚਲਾਉਣ ਦੇ, ਪਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ SDM ਸਾਹਿਬ ਨਾ ਤੁਸੀਂ ਹੁਕਮ ਚਾਹੇ ਦਿੱਤੇ ਨੇ ਪਰ ਤੁਸੀਂ ਚੁੱਪ ਰਹੋ ਕਿਉਂਕਿ ਅਸੀਂ ਇਹਦੇ 'ਚ ਕਿਸੇ ਹੋਰ ਨੂੰ ਫਸਾਉਣਾ ਹੈ। ਕਿਉਂਕਿ ਹੁਣ ਤਾਂ ਜਾਖੜ ਸਾਹਿਬ ਵੀ ਕਲੀਅਰ ਕਰ ਚੁੱਕੇ ਹਨ ਕਿ ਅਸੀਂ ਰਾਹੁਲ ਗਾਂਧੀ ਨੂੰ ਸਮਝਾਤਾ। ਤੁਸੀਂ ਜਾਖੜ ਸਾਹਿਬ ਦਾ TV ਤੇ ਬਿਆਨ ਸੁਣਿਆ ਹੋਣਾ ਕਿ ਬਾਦਲਾਂ ਨੂੰ ਫਰੇਮ ਕਿੱਦਾਂ ਕਰਨਾ। ਮੇਰਾ ਇੱਕ ਸਵਾਲ ਹੈ ਕਿ ਜਿੱਥੇ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਹੈ ਉੱਥੇ ਗੋਲੀ ਚੱਲਦੀ ਹੈ, ਉੱਥੇ SDM ਮੌਕੇ ਤੇ ਹੁੰਦਾ ਹੈ,
ਪਾਣੀ ਦੀ ਬੁਛਾਰਾਂ ਤੋਂ ਲੈ ਕੇ ਹਲਕੇ ਲਾਠੀ ਚਾਰਜ ਤੋਂ ਲੈ ਕੇ ਹਵਾਈ ਫਾਇਰਿੰਗ ਤੋਂ ਲੈ ਕੇ ਹਰ ਚੀਜ਼ ਦੀ ਪਰਮਿਸ਼ਨ ਐਸਡੀਐਮ ਦੀ ਹੈ। ਤੇ ਇਸ ਕੇਸ ਦੇ ਵਿੱਚ ਵੀ ਹਰਜੀਤ ਸੰਧੂ ਐਸਡੀਐਮ ਸੀ ਜਿਨ੍ਹਾਂ ਦੇ ਹੁਕਮਾਂ ਦੇ ਨਾਲ ਗੋਲੀ ਚੱਲੀ ਹੈ, ਪਰ ਉਹਨਾਂ ਦੇ ਬਿਆਨ ਦਰਜ ਕਰਨ ਦੀ ਬਜਾਏ ਸਿੱਧਾ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹਨਾਂ ਦੇ ਕੋਲੇ ਪਹੁੰਚ ਜਾਂਦੇ ਆ। ਕਿਉਂਕਿ ਉਹ ਰਾਤ ਨੂੰ ਟੈਲੀਫੋਨ ਤੇ ਗੱਲ ਕਰਦੇ ਆ, ਜਿਹਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਨੇ ਵੀ ਕਿਹਾ ਕਿ ਅਗਰ ਮੁੱਖ ਮੰਤਰੀ ਰਾਤ ਨੂੰ ਆਪਣੇ ਅਫਸਰਾਂ ਨਾਲ ਗੱਲ ਕਰ ਰਿਹਾ ਇਹਦਾ ਮਤਲਬ ਚੰਗੀ ਗੱਲ ਹੈ, ਮੁੱਖ ਮੰਤਰੀ ਸੰਵੇਦਨਸ਼ੀਲ ਹੈ ਆਪਣੀ ਸਟੇਟ ਲਈ, ਉਹਦੇ ਲੋਕਾਂ ਲਈ। ਨਹੀਂ ਤਾਂ ਅਗਰ ਮੁੱਖ ਮੰਤਰੀ ਨਾ ਗੱਲ ਕਰਦੇ ਤਾਂ ਇਹ ਲੋਕਾਂ ਨੇ ਕਹਿਣਾ ਸੀ ਕਿ ਰੋਮ ਜਲ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ। ਹਾਂਜੀ, ਪਰ ਇਹਦੇ ਵਿੱਚ ਪੂਰਾ ਦੀ ਹਾਂਜੀ ਜੀ ਸੌਰੀ ਮਾਫ ਕਰਨਾ ਜੀ ਵਕੀਲ ਸਾਹਿਬ, ਠੀਕ ਹੈ ਤੁਸੀਂ ਬਹੁਤ ਇਹਦਾ ਜਵਾਬ ਤਾਂ ਦਿੱਤਾ, ਪਰ ਇਹਦੇ ਵਿੱਚ ਹੁਣ ਇਹ ਗੱਲ ਇੱਕ ਨਾਲ ਹੀ ਤੁਹਾਡੀ ਗੱਲ ਦੇ ਵਿੱਚੋਂ ਗੱਲ ਜੁੜ ਜਾਂਦੀ। ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਂ ਲਿਆ ਜੀ। ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਯੂਥ ਵਿੰਗ ਹੈ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਦੇ ਘਰ ਦੇ ਬਾਹਰ ਧਰਨਾ ਦਿੱਤਾ ਕਿ ਇਸ ਦੀ ਜੋ ਇਸਨੇ ਜਾਂਚ ਕੀਤੀ ਸੀ ਉਹ ਸਿਆਸਤ ਤੋਂ ਭਰਪੂਰ ਸੀ, ਕਿ ਹੁਣ ਇਸਨੇ ਪਹਿਲਾਂ ਹੀ ਇਹ ਏਜੰਡਾ ਇਹ ਸੀ ਕਿ ਮੈਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਵਿੱਚ ਜਾਣਾ। ਪਰ ਤੁਹਾਨੂੰ ਨਹੀਂ ਸੀ ਲੱਗਦਾ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਦੇ ਤੁਸੀਂ ਘਰ ਦੇ ਬਾਹਰ ਧਰਨਾ ਦੇਣ ਦੀ ਬਜਾਏ ਕੈਪਟਨ ਸਾਹਿਬ ਦੇ ਘਰ ਦੇ ਬਾਹਰ ਧਰਨਾ ਦਿੰਦੇ ਕਿ ਜਿਹੜੀਆਂ ਪਿਛਲੀਆਂ ਜਾਂਚਾਂ ਹੋਈਆਂ ਉਹਨਾਂ ਦੀਆਂ ਰਿਪੋਰਟਾਂ ਜਨਤਕ ਕਰੋ, ਜੋ ਹਰਪ੍ਰੀਤ ਸਿੰਘ ਸਿੱਧੂ ਜਿਨ੍ਹਾਂ ਨੂੰ ਦੁਆਰਾ ਹੁਣ ਸਿੱਟ ਦਾ ਦੁਆਰਾ ਮੁਖੀ ਬਣਾਇਆ ਗਿਆ, ਉਹਨਾਂ ਨੇ ਜੋ ਨਸ਼ਿਆਂ ਦੇ ਖਿਲਾਫ ਜਾਂਚਾਂ ਕੀਤੀਆਂ ਉਹ ਤੁਸੀਂ ਲੋਕਾਂ ਸਾਹਮਣੇ ਲੈ ਕੇ ਆਓ, ਜਾਂ ਉਸ ਵੇਲੇ ਜਿਹੜੇ ਸ਼ਾਇਦ ਚਟੋਪਾਧਿਆਏ ਸਾਹਿਬ ਸਨ ਉਹਨਾਂ ਨੇ ਜਾਂਚ ਕੀਤੀ ਸੀ ਉਹ ਜਾਂਚਾਂ ਮੂਹਰੇ ਲੈ ਕੇ ਆਓ, ਉਹ ਬਜਾਏ ਇਸ ਤੇ ਕਿ ਤੁਸੀਂ ਕੁੰਵਰ ਵਿਜੇ ਪ੍ਰਤਾਪ ਦੇ ਘਰ ਦੇ ਬਾਹਰ ਧਰਨਾ ਦਿਓ। ਜਿਹਦਾ ਹੱਕ ਬਣਦਾ ਸੀ ਕਿ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਇਆ ਜਾਵੇ, ਜਿਹੜੀਆਂ ਪਿਛਲੀਆਂ ਜਾਂਚਾਂ ਹੋਈਆਂ ਉਹ ਜਨਤਕ ਕੀਤੀਆਂ ਜਾਣ ਜੀ। ਜੌਲ ਸਾਹਿਬ ਦੇਖੋ, ਸਭ ਤੋਂ ਪਹਿਲੀ ਇਹ ਗੱਲ ਹੈ ਕਿ ਅਸੀਂ ਹਮੇਸ਼ਾ ਇਹ ਗੱਲ ਕਹੀ ਹੈ ਕਿ ਜਾਂਚ ਕਰੋ, ਜਿਹੜਾ ਦੋਸ਼ੀ ਹੈ ਉਹਨੂੰ ਲੋਕਾਂ ਦੇ ਸਾਹਮਣੇ ਰੱਖੋ, ਸਿਆਸਤ ਨਾ ਕਰੋ। ਕੁੰਵਰ ਵਿਜੇ ਪ੍ਰਤਾਪ ਨੇ ਵੀ ਸਿਆਸਤ ਕੀਤੀ, ਲਗਾਤਾਰ 9 ਚਲਾਨ ਪੇਸ਼ ਹੋਏ ਤੇ ਕੁੰਵਰ ਵਿਜੇ ਪ੍ਰਤਾਪ ਟੀਵੀ ਇੰਟਰਵਿਊ ਦਿੰਦਾ ਰਿਹਾ ਕਿ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਜੀ ਤੇ ਸੁਖਬੀਰ ਸਿੰਘ ਬਾਦਲ ਦੋਸ਼ੀ ਨੇ, ਜਦ ਕਿ ਹਾਈ ਕੋਰਟ ਦੇ ਵਿੱਚ ਜਦੋਂ ਜਾਂਚ ਨੂੰ ਦੇਖਿਆ ਗਿਆ ਤਾਂ ਮੈਨੂੰ ਲੱਗਦਾ ਵੀ ਨਾ ਕੋਈ ਸਬੂਤ ਸੀ ਨਾ ਕੋਈ ਗੱਲ ਸੀ, ਉਹ ਸਿਆਸਤ ਸੀ। ਫਿਰ ਪੰਜਾਬੀਆਂ ਨੂੰ ਇੱਕ ਹੋਰ ਝੂਠ ਮਾਰਿਆ ਕੁੰਵਰ ਵਿਜੇ ਪ੍ਰਤਾਪ ਨੇ ਕਿ ਜੀ ਮੈਂ ਇੰਟਰਨੈਸ਼ਨਲ ਪੱਧਰ ਦੀ ਜਾਂਚ ਕਰੂੰ ਜਿਹੜੀ ਸਾਰੇ ਮੁਲਕ ਦੇਖਣਗੇ, ਔਰ ਹਾਈ ਕੋਰਟ 'ਚ ਕਿੱਦਾਂ ਡਿੱਗੀ ਉਹ ਤੁਹਾਡੇ ਸਾਹਮਣੇ ਹੈ। ਤੀਸਰੀ ਗੱਲ ਫਿਰ ਇੱਕ ਝੂਠ ਮਾਰਿਆ ਜੌਲ ਸਾਹਿਬ, ਮੈਂ ਯਾਦ ਕਰਾ ਦਿਆਂ ਕਿ ਕਹਿੰਦਾ ਕਿ ਜੀ ਮੇਰੀ ਗੁਰੂ ਸਾਹਿਬ ਕਰਕੇ ਨੌਕਰੀ ਚਲੀ ਗਈ। ਦੇਖੋ ਗੁਰੂ ਸਾਹਿਬ ਦੇ ਨਾਂ ਤੇ ਕਿੱਡੀ ਵੱਡੀ ਸਿਆਸਤ ਕਿ ਨੌਕਰੀ ਚਲੀ ਗਈ, ਜਦ ਕਿ ਇਸ ਬੰਦੇ ਨੇ ਰਿਟਾਇਰਮੈਂਟ ਬੈਨੀਫਿਟ ਲੈ ਕੇ ਪ੍ਰੀ ਮੈਚੁਰ ਰਿਟਾਇਰਮੈਂਟ ਲਈ ਹੈ। ਔਰ ਇੱਕ ਸਵਾਲ ਦੇਸ਼ ਵਿਦੇਸ਼ 'ਚ ਬੈਠੇ ਔਰ ਭਾਰਤ ਦੇ ਵਿੱਚ ਬੈਠੇ, ਪੰਜਾਬ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਮੈਂ ਪੁੱਛਦਾ ਕਿ ਕੀ ਕੁੰਵਰ ਵਿਜੇ ਪ੍ਰਤਾਪ ਆਈਜੀ ਦੇ ਤੌਰ ਤੇ ਲੋਕਾਂ ਨੂੰ ਇਨਸਾਫ ਦਿਵਾ ਸਕਦੇ ਸੀ, ਜਾਂ ਜਾਂਚ ਨੂੰ ਵਿੱਚ ਛੱਡ ਕੇ ਭੱਜ ਕੇ ਫਟਾਫਟ ਆਮ ਆਦਮੀ ਪਾਰਟੀ ਦਾ ਵਲੰਟੀਅਰ ਬਣ ਕੇ ਉਹ ਗੁਰੂ ਸਾਹਿਬ ਨੂੰ ਇਨਸਾਫ ਦਿਵਾ ਸਕਦਾ? ਇਹ ਲੋਕ ਫੈਸਲਾ ਕਰਨ। ਆਪਣੇ ਪਰਸਨਲ ਪੋਲੀਟੀਕਲ ਮਫਾਦ ਲਈ ਤੁਸੀਂ ਗੁਰੂ ਸਾਹਿਬ ਦੇ ਨਾਂ ਨੂੰ ਵਰਤੋਂ ਤਾਂ ਐਸੇ ਬੰਦੇ ਨੂੰ ਤਾਂ ਮੇਰੇ ਹਿਸਾਬ ਨਾਲ ਸਖਤ ਤੋਂ ਸਖਤ ਸਜ਼ਾ ਪੰਜਾਬੀਆਂ ਨੂੰ ਦੇਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਨੂੰ ਵਰਤ ਕੇ ਉਹ ਆਪਣੀ ਸਿਆਸੀ ਜ਼ਮੀਨ ਤਿਆਰ ਕਰ ਰਿਹਾ ਸੀ, ਔਰ ਹਾਈ ਕੋਰਟ ਨੇ ਵੀ ਆਈ ਟਿੱਪਣੀ ਕੀਤੀ ਹੈ। ਚਲੋ ਠੀਕ ਹੈ ਜੀ, ਤੁਹਾਡੀ ਇਹ ਗੱਲ ਆਪਾਂ ਮੰਨਦੇ ਨਾ ਵੀ ਚਲੋ ਤੁਸੀਂ ਕਹਿੰਦੇ ਕਿ ਉਹ ਸਿਆਸੀ ਸਰਗਰਮੀਆਂ ਸੀ, ਉਸ ਦੀਆਂ ਆਪਣੇ ਪੈਰ ਬਣਾਏ ਜਾ ਰਹੇ ਸੀ, ਇਹ ਤੁਹਾਡਾ ਮੰਨਣਾ ਜੀ ਕੁੰਵਰ ਵਿਜੇ ਪ੍ਰਤਾਪ ਬਾਰੇ। ਪਰ ਉਸ ਤੋਂ ਪਹਿਲਾਂ ਜਿਹੜੀ ਜੇ ਸ਼੍ਰੋਮਣੀ ਅਕਾਲੀ ਦਲ ਵੇਲੇ ਜਿੰਨੀ ਜਾਂਚ ਹੋਈ ਸੀ, ਜਿਹੜੇ ਉਸ ਵੇਲੇ ਦੇ ਅਫਸਰਾਂ ਨੇ ਜਾਂਚ ਕੀਤੀ ਸੀ, ਉਹ ਜਾਂਚ ਤੋਂ ਉਹ ਵੀ ਨਹੀਂ ਅੱਗੇ ਆ ਸਕੀ ਜੀ ਕਿ ਉਹਨਾਂ ਨੇ ਜਾਂਚ ਦੇ ਵਿੱਚ ਆਪਣੀ ਜੀ ਕੀ ਲਿਖਿਆ, ਉਹਨਾਂ ਨੇ ਉਹਦੇ ਵਿੱਚ ਕਿਹਨੂੰ ਦੋਸ਼ੀ ਬਣਾਇਆ ਸੀ। ਨਾ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਕਿਹਾ ਕਿ ਇਹ ਜਿਹੜੀਆਂ ਜਾਂਚਾਂ ਹੋਈਆਂ ਹੁਣ ਤੱਕ ਜਨਤਕ ਕਰੋ ਜੀ, ਜਦ ਕਿ ਜਾਂਚ ਕਰਨ ਵਾਲੇ ਦੇ ਖਿਲਾਫ ਜ਼ਰੂਰ ਜਿਹੜੀ ਬਿਆਨਬਾਜ਼ੀ ਚੱਲ ਰਹੀ ਹੈ ਜੀ। ਨਹੀਂ ਜੌਲ ਸਾਹਿਬ, ਮੈਂ ਫਿਰ ਜਿੱਦਾਂ ਕਹਿ ਦਿਆਂ ਕਿ ਬੇਅਦਬੀਆਂ ਦੀ ਜਾਂਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਕਰਨੀ ਨਹੀਂ ਦਿੱਤੀ ਗਈ, ਕਿਉਂਕਿ ਇਹਨਾਂ ਨੇ ਕਿਹਾ ਕਿ ਸੀਬੀਆਈ ਨੂੰ ਭੇਜ ਦਿਓ। ਰਹੀ ਗੱਲ ਬਹਿਬਲ ਕਲਾਂ ਦੀ ਤੇ ਕੋਟਕਪੂਰਾ ਦੀ, ਤਾਂ 21/10/2015 ਦੀ ਆਈਪੀਐਸ ਸਹੋਤਾ ਸਾਹਿਬ ਜਿਹੜੇ ਏਡੀਜੀਪੀ ਸੀ, ਉਹਨਾਂ ਦੀ ਸਿੱਟ ਦੇ ਵਿੱਚ 10 ਪੁਲਿਸ ਮੁਲਾਜ਼ਮ ਬਾਈ ਨੇਮ ਸੀ ਉਹਦੇ ਵਿੱਚ। ਔਰ ਤੁਸੀਂ ਕਮਾਲ ਦੀ ਗੱਲ ਦੇਖੋਗੇ ਕਿ ਇਸ ਬੰਦੇ ਨੇ ਕੁੰਵਰ ਵਿਜੇ ਪ੍ਰਤਾਪ ਨੇ ਉਹਦੇ ਚੋਂ 7 ਬੇਗੁਨਾਹ ਕੱਢਤੇ, ਔਰ ਅੱਜ ਤੱਕ ਕਿਸੇ ਵੀ ਨਾ ਤਾਂ ਕਾਂਗਰਸੀ ਨੇ ਨਾ ਆਮ ਆਦਮੀ ਪਾਰਟੀ ਨੇ ਸਵਾਲ ਕੀਤਾ ਕਿ ਉਹ 7 ਬੰਦੇ ਕਿੱਦਾਂ ਬੇਗੁਨਾਹ ਕੱਢੇ। ਇਹ ਔਨ ਰਿਕਾਰਡ ਗੱਲਾਂ ਨੇ ਸਾਰੀਆਂ। ਸੋ ਕਿਤੇ ਨਾ ਕਿਤੇ ਕਾਂਗਰਸ ਦਾ ਬੇਅਦਬੀਆਂ ਦਾ ਜਾਂ ਗੋਲੀ ਕਾਂਡ ਦਾ ਇਨਸਾਫ ਦੇਣਾ ਮਕਸਦ ਨਹੀਂ। ਔਰ ਤੁਸੀਂ ਨਵਜੋਤ ਸਿੱਧੂ ਦੀ ਹਿੰਦੁਸਤਾਨ ਟਾਈਮਸ ਦੇ ਵਿੱਚ ਇੰਟਰਵਿਊ ਪੜ੍ਹੀ ਹੋਣੀ, ਜਿਹਦੇ 'ਚ ਬੜੇ ਇੱਕ ਕੁਐਸਚਨ ਦੇ ਜਵਾਬ ਦੇ ਵਿੱਚ ਬੜਾ ਸਪਸ਼ਟ ਕਿਹਾ ਕਿ ਜਦੋਂ ਮੈਂ ਕੈਬਨਿਟ ਦੇ ਵਿੱਚ ਗੱਲ ਕੀਤੀ ਕਿ ਬੇਅਦਬੀਆਂ ਦਾ ਇਨਸਾਫ ਬਾਰੇ ਆਪਾਂ ਕੀ ਕਰ ਰਹੇ ਹਾਂ, ਤਾਂ ਮੁੱਖ ਮੰਤਰੀ ਸਮੇਤ ਸਾਰੇ ਕੈਬਨਿਟ ਮੰਤਰੀਆਂ ਨੇ ਕਿਹਾ ਕਿ ਇਹਨੂੰ ਆਖਰੀ 6 ਮਹੀਨੇ ਦੇ ਵਿੱਚ ਕਰਾਂਗੇ, ਇਹਦੇ ਨਾਲ ਵੋਟਾਂ ਪੈਣਗੀਆਂ। ਸੋ ਜਿਹੜੀ ਸਰਕਾਰ ਦਾ ਮਕਸਦ ਹੀ ਗੁਰੂ ਸਾਹਿਬ ਦੇ ਨਾਂ ਤੇ ਵੋਟਾਂ ਲੈਣਾ ਹੈ, ਤਾਂ ਉਹ ਤੋਂ ਤੁਸੀਂ ਇਨਸਾਫ ਦੀ ਉਮੀਦ ਕਿੱਦਾਂ ਰੱਖ ਸਕਦੇ ਹੋ?
ਪਰ ਇੱਕ ਗੱਲ ਜ਼ਰੂਰ ਕਲੀਅਰ ਸਾਹਿਬ ਕਿ ਕੈਪਟਨ ਸਾਹਿਬ ਉਹਨਾਂ ਨੇ ਬਿਲਕੁਲ ਗੁਟਕਾ ਸਾਹਿਬ ਹੱਥ 'ਚ ਫੜ ਕੇ ਬਿਲਕੁਲ ਇਹ ਗੱਲ ਸਹੁੰ ਖਾਧੀ ਸੀ ਕਿ ਨਸ਼ੇ ਦਾ ਲੱਕ ਤੋੜ ਦਿੱਤਾ ਜਾਵੇਗਾ। ਬੇਦਬੀ ਕਾਂਡ ਵਾਲਿਆਂ ਦੀ ਬਿਲਕੁਲ ਮੈਂ ਇਨਸਾਫ ਜ਼ਰੂਰ ਦਵਾਂਗੇ ਜੇਕਰ ਸਰਕਾਰ ਕਾਂਗਰਸ ਦੀ ਬਣੀ। ਪਰ ਨਾਲ ਦੀ ਨਾਲ ਕਿ ਜੇਕਰ ਨਜਾਇਜ਼ ਮਾਈਨਿੰਗ ਹੋ ਰਹੀ ਹੈ ਉਹ ਵੀ ਅੱਜ ਸੁਖਬੀਰ ਸਿੰਘ ਬਾਦਲ ਹੋਣੀ ਬਿਲਕੁਲ ਮਾਈਨਿੰਗ ਜਿੱਥੇ ਨਜਾਇਜ਼ ਹੋ ਰਹੀ ਉੱਥੇ ਬਿਲਕੁਲ ਦੌਰਾ ਕਰਨ ਪਹੁੰਚੇ ਨੇ। ਨਜਾਇਜ਼ ਮਾਈਨਿੰਗ ਉਸ ਮੌਕੇ ਵੀ ਹੋ ਰਹੀ ਸੀ, ਹੁਣ ਵੀ ਹੋ ਰਹੀ ਹੈ। ਬਿਜਲੀ ਦੇ ਬਿੱਲ ਉਦੋਂ ਵੀ ਲੋਕ ਕਹਿ ਰਹੇ ਸੀ ਵੀ ਬਹੁਤ ਜ਼ਿਆਦਾ ਨੇ, ਹੁਣ ਵੀ ਬਹੁਤ ਜ਼ਿਆਦਾ ਨੇ। ਜੇਕਰ ਗੱਲ ਕਰੀਏ ਕਿ ਤਲਵੰਡੀ ਸਾਬੋ ਇੱਕ ਬਿਜਲੀ ਦਾ ਹੋਰ ਯੂਨਿਟ ਬੰਦ ਹੋ ਚੁੱਕਿਆ, ਪੰਜਾਬ ਇਸ ਵਕਤ ਪੂਰੇ ਹਨੇਰੇ ਦੇ ਵਿੱਚ ਆ, ਬਿਲਕੁਲ ਠੱਪ ਆ ਜੀ ਬਿਲਕੁਲ। ਪਰ ਨਸ਼ਾ ਬਿਲਕੁਲ ਰੁਕ ਨਹੀਂ ਰਿਹਾ ਹੈਗਾ ਜੀ। ਨਾ ਸਰਕਾਰ ਉਸ ਮੌਕੇ ਵੀ ਨਹੀਂ ਸੀ ਰੋਕ ਰਿਹਾ ਤੇ ਹੁਣ ਵੀ ਨਹੀਂ ਰੋਕ ਰਿਹਾ। ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਹੁਣ 2022 ਦੇ ਵਿੱਚ ਜਿਹੜੀ ਕਿ MLA ਜਾਂ ਦੀ ਵਿਧਾਨ ਸਭਾ ਦੇ ਇਲੈਕਸ਼ਨ ਹੋਣੀ, ਉਸ ਵਿੱਚ ਕੀ ਚੋਣ ਮੈਨੀਫੈਸਟੋ ਲੈ ਕੇ ਆ ਰਹੇ ਹੋ, ਜਾਂ ਬਿਲਕੁਲ ਜਿਹੜਾ ਤੁਸੀਂ ਚੋਣ ਮੈਨੀਫੈਸਟੋ ਲੈ ਕੇ ਆਓਗੇ ਉਹ ਬਿਲਕੁਲ ਵਾਅਦੇ ਪੂਰੇ ਕਰੋਗੇ ਲੋਕਾਂ ਨਾਲ, ਜਾਂ ਬਿਲਕੁਲ ਉਹ ਵੀ ਇੱਕ ਜੁਮਲਾ ਬਣ ਕੇ ਰਹਿ ਜਾਵੇਗਾ? ਲਾਡੀ ਜੀ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਜੋ ਕਿਹਾ ਉਹ ਕਰਕੇ ਦਿਖਾਇਆ। ਅਗਰ ਕਿਹਾ ਸੀ ਕਿਸਾਨਾਂ ਨੂੰ ਮੁਫਤ ਬਿਜਲੀ ਦਵਾਂਗੇ, ਦਿੱਤੀ। ਅਗਰ ਆਟਾ ਦਾਲ ਸਕੀਮ ਦਾ ਵਾਅਦਾ ਕੀਤਾ ਸੀ 2007 ਦੇ ਵਿੱਚ, ਉਹ ਦਿੱਤੀ। ਅਗਰ ਇਹ ਗੱਲ ਕਹਿੰਦੇ ਸੀ ਵੀ ਐਸੀਆਂ ਸੜਕਾਂ ਬਣਾ ਦਾਂਗੇ ਜਿਹੜੀਆਂ ਬੰਬ ਮਾਰਨ ਤੋਂ ਵੀ ਟੁੱਟਣਗੀਆਂ, ਔਰ ਵਿਰੋਧੀ ਹੱਸਦੇ ਸੀ। ਅੱਜ ਪੰਜਾਬ ਦੇ ਆਲੇ ਦੁਆਲੇ ਸੜਕਾਂ ਦਾ ਜਾਲ ਦੇਖੋ ਤੁਸੀਂ ਤਾਂ ਤੁਹਾਨੂੰ ਸਮਝ ਆਊਗੀ ਕਿ ਕਿੰਨੀ ਡਿਵੈਲਪਮੈਂਟ ਹੈ। ਅਗਰ ਕਿਹਾ ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾਵਾਂਗੇ, ਬਣਾਤੀ। ਔਰ ਮੈਂ ਹਾਸੀ ਵਾਲੀ ਗੱਲ ਨਹੀਂ, ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਪਾਣੀ ਦੇ ਵਿੱਚ ਬੱਸ ਚਲਾ ਦਾਂਗੇ, ਉਹ ਵੀ ਚਲਾ ਕੇ ਦਿਖਾਤੀ, ਜਿਹੜੀ ਕਿ ਇਹਨਾਂ ਤੋਂ ਸਾਂਭੀ ਨਹੀਂ ਗਈ। ਔਰ ਵਿਰਾਸਤੇ ਖਾਲਸਾ ਵਰਗੇ ਜਿਹੜੇ ਪ੍ਰੋਜੈਕਟ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਚਲਾਏ, ਔਰ ਨਵਜੋਤ ਸਿੱਧੂ ਵਰਗੇ ਬੰਦੇ ਉਹਨਾਂ ਨੂੰ ਨਿੰਦਦੇ ਰਹੇ। ਕਮਾਲ ਦੀ ਗੱਲ ਦੇਖੋ ਕਿ ਜਿੱਦਣ ਉਹਨਾਂ ਦਾ ਇਨਾਮ ਲੈਣ ਦਾ ਵਕਤ ਸੀ ਉਦੋਂ ਪ੍ਰਮਾਤਮਾ ਦੀ ਐਸੀ ਕਰਨੀ ਸੀ, ਨਵਜੋਤ ਸਿੱਧੂ ਮੰਤਰੀ ਸੀ ਔਰ ਵਿਰਾਸਤੇ ਖਾਲਸਾ ਦਾ ਅਵਾਰਡ ਲੈਣ ਨਵਜੋਤ ਸਿੱਧੂ ਗਿਆ। ਸੋ ਸ਼੍ਰੋਮਣੀ ਅਕਾਲੀ ਦਲ ਜੋ ਕਹੂਗਾ, ਜੋ ਕਿਹਾ ਉਹ ਕੀਤਾ, ਔਰ ਜੋ ਕਵਾਂਗੇ ਉਹ ਕਰਕੇ ਦਿਖਾਵਾਂਗੇ। ਅਸੀਂ ਜੁਮਲੇਬਾਜ਼ਾਂ ਦੀ ਪਾਰਟੀ ਨਹੀਂ ਹੈਗੇ। ਪਰ ਇੱਕ ਗੱਲ ਹੋਰ ਕਲੇਰ ਸਾਹਿਬ, ਗੱਲ ਇਹ ਹੈ ਕਿ ਪੰਜਾਬ ਦੇ ਸਿਰ ਤੇ ਬਹੁਤ ਕਰਜ਼ਾ ਸੀ ਪਹਿਲਾਂ ਵੀ। ਵੈਸੇ ਮੇਰੇ ਕੋਲ ਅੰਕੜਿਆਂ ਦੀ ਮੈਂ ਕਿਹਾ ਸੀ ਕਿ ਟੈਕਨੀਕਲ ਟੀਮ ਨੂੰ ਲਿਸਟ ਭੇਜੀ ਜਾਵੇ, ਅਜੇ ਉਹਨਾਂ ਨੇ ਭੇਜੀ ਨਹੀਂ। ਜੇਕਰ ਪਹਿਲਾਂ ਵੀ ਬਹੁਤ ਸੀ, ਹੁਣ ਸਰਕਾਰ ਆ ਉਹ ਵੀ ਕਹਿ ਰਹੀ ਕਿ ਪੰਜਾਬ ਦੇ ਸਿਰ ਕਰਜ਼ਾ ਬਹੁਤ ਹੈ। ਹਾਲਾਂਕਿ ਪੰਜਾਬ ਨੂੰ ਆਮਦਨ ਵੀ ਬਹੁਤ ਹੈ, ਐਕਸਾਈਜ਼ ਤੋਂ, ਰੈਵਨਿਊ ਡਿਪਾਰਟਮੈਂਟ ਤੋਂ, ਜਾਂ ਮਾਈਨਿੰਗ ਤੋਂ, ਜਾਂ ਬਹੁਤ ਪਾਸਿਆਂ ਤੋਂ ਆਮਦਨ ਆ। ਪਰ ਪੰਜਾਬ ਦੇ ਸਿਰ ਕਹਿ ਰਿਹਾ, ਜਾਂ ਕੋਈ ਵੀ ਸਰਕਾਰ ਆਉਂਦੀ ਹੈ ਉਹ ਕਹਿੰਦੀ ਸਾਨੂੰ ਖਜ਼ਾਨਾ ਖਾਲੀ ਦੇ ਕੇ ਗਏ ਨੇ, ਪਰ ਪੰਜਾਬ ਦੇ ਸਿਰ ਕਰਜ਼ਾ ਬਹੁਤ ਹੈ। ਕੀ ਗੱਲ ਪੰਜਾਬ ਦੇ ਸਿਰ ਕਰਜ਼ਾ ਇੰਨਾ ਆ, ਇਦੋਂ ਵੱਧਦਾ ਹੀ ਜਾ ਰਿਹਾ, ਘਟਦਾ ਨਹੀਂ ਜਾ ਰਿਹਾ? ਕਿ ਪੈਸਾ ਕਿੱਥੇ ਜਾ ਰਿਹਾ, ਕਿੱਥੇ ਇਨਵੈਸਟ ਹੋ ਰਿਹਾ ਆ? ਜੀ ਕਲੇਰ ਸਾਹਿਬ। ਲਾਡੀ ਜੀ ਦੇਖੋ, ਪੰਜਾਬ ਨੂੰ ਸਭ ਤੋਂ ਵੱਡੀ ਜਿਹੜੀ ਸੱਟ ਵੱਜੀ ਜਿੱਥੋਂ ਕਰਜ਼ਾ ਚੜਿਆ, ਉਹ ਜਿਹੜਾ ਅੱਤਵਾਦ ਦੇ ਟਾਈਮ ਪੰਜਾਬ ਨੂੰ ਕਰਜ਼ਾ ਚੜਾਇਆ ਗਿਆ, ਔਰ ਇਹ ਕੇਂਦਰ ਦੀ ਮਾੜੀ ਨੀਤੀਆਂ ਕਰਕੇ। ਕਿਉਂਕਿ ਜਿਹੜੀਆਂ ਸਟੇਟਾਂ ਦੀਆਂ ਫੋਰਸਾਂ ਉਰੇ ਆਈਆਂ ਸੀ ਉਹਨਾਂ ਦਾ ਸਾਰਾ ਖਰਚਾ, ਇਨਫਰਾਸਟ੍ਰਕਚਰ ਦਾ ਜੋ ਵੀ ਉਰੇ ਲੱਗਿਆ ਉਸ ਟਾਈਮ ਅੱਤਵਾਦ ਦੇ ਵਕਤ, ਉਹ ਸਾਰਾ ਪੰਜਾਬ ਦੇ ਸਿਰ ਤੇ ਬੋਝ ਪਾਇਆ ਗਿਆ। ਜਿਹੜਾ ਕਿ ਅਸੀਂ ਹਮੇਸ਼ਾ ਰੌਲਾ ਪਾਉਂਦੇ ਆ ਕਿ ਅੱਜ JNK ਦੇ ਵਿੱਚ ਹਾਲਾਤ ਖਰਾਬ ਹੈ, ਅਰੁਣਾਚਲ ਦੇ ਵਿੱਚ ਹਾਲਾਤ ਖਰਾਬ ਹੈ, ਉੱਥੇ ਉਹ ਸਟੇਟਾਂ ਤੇ ਕੋਈ ਬੋਝ ਨਹੀਂ ਪਾਇਆ ਜਾ ਰਿਹਾ, ਪਰ ਪੰਜਾਬ ਦੇ ਉੱਤੇ ਅੱਤਵਾਦ ਦੇ ਸਮੇਂ ਦਾ ਕਰਜ਼ਾ ਚੜਾਇਆ ਗਿਆ ਜਿਹੜਾ ਕਿ ਚੜਦਾ ਜਾ ਰਿਹਾ। ਔਰ ਵਿੱਚੋਂ ਸਿਰਫ ਇੱਕ ਗੁਜਰਾਲ ਸਾਹਿਬ ਦੀ ਸਰਕਾਰ ਆਈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਯਤਨਾ ਕਰਕੇ ਗੁਜਰਾਲ ਸਾਹਿਬ ਨੇ ਇੱਕ ਥੋੜਾ ਪੰਜਾਬ ਨੂੰ ਕੁਝ ਮਾੜਾ ਮੋਟਾ ਰਿਲੀਫ ਦਿੱਤਾ, ਨਹੀਂ ਪੰਜਾਬ ਦੇ ਸਿਰੋਂ ਕਰਜ਼ਾ ਚੜਿਆ। ਔਰ ਤੁਸੀਂ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਗਾਤਾਰ 2007 ਤੋਂ 17 ਰਹੀ ਹੈ। ਕਦੇ ਅਸੀਂ ਖਜ਼ਾਨਾ ਖਾਲੀ ਦੀ ਗੱਲ ਨਹੀਂ ਕੀਤੀ, ਕਦੇ ਉਰੇ ਬਿਜਲੀ ਕੱਟ ਨਹੀਂ ਸੀ ਲੱਗਦੇ, ਪਰ ਕਾਂਗਰਸ 4.5 ਸਾਲ 'ਚ ਹਮੇਸ਼ਾ ਹੀ ਖਜ਼ਾਨਾ ਖਾਲੀ ਹੈ। ਔਰ ਜਿਹੜੀ ਤੁਸੀਂ ਦੇਖੋਗੇ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ 50,000 ਦੇ ਕਰੀਬ, ਜਿਹੜਾ 50,000 ਕਰੋੜ ਦੇ ਕਰੀਬ ਕਰਜ਼ਾ ਹਰ 5 ਸਾਲ ਦਾ ਚੜਿਆ। 10 ਸਾਲ ਸਰਕਾਰ ਚੜੀ ਕੋਈ 80-90,000 ਦਾ ਕਰਜ਼ਾ ਚੜਿਆ, ਪਰ ਕਾਂਗਰਸ ਦੇ 4.5 ਸਾਲਾਂ 'ਚ 1 ਲੱਖ ਕਰੋੜ ਦਾ ਚੜਿਆ। ਹੁਣ ਤੁਸੀਂ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਡਿਵੈਲਪਮੈਂਟ ਕੀਤੀ, ਸ਼੍ਰੋਮਣੀ ਅਕਾਲੀ ਦਲ ਨੇ 에ਅਰਪੋਰਟ ਬਣਾਏ, ਸ਼੍ਰੋਮਣੀ ਅਕਾਲੀ ਦਲ ਨੇ ਥਰਮਲ ਲਾਏ, ਉਹ ਡਿਵੈਲਪਮੈਂਟ ਕਰਕੇ ਅਗਰ ਤੁਸੀਂ ਦੇਖੋਗੇ ਤਾਂ ਹੋਇਆ। ਪਰ ਕਾਂਗਰਸ ਨੇ ਤਾਂ ਇੱਕ ਇੱਟ ਵੀ ਨਹੀਂ ਲਾਈ। ਫਿਰ 1 ਲੱਖ ਕਰੋੜ ਕਿੱਦਾਂ ਚੜਿਆ, ਉਹ ਕਿਹਦੇ ਘਰਾਂ 'ਚ ਗਿਆ? ਇਹਦੀ ਇਨਕੁਆਇਰੀ ਵੀ ਜਦੋਂ 2022 'ਚ ਸਰਕਾਰ ਬਣੂ ਕਰਾਂਗੇ, ਕਿਉਂਕਿ ਇੱਕ ਹੁੰਦਾ ਪ੍ਰੋਡਕਟਿਵ ਡੈਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੇਲੇ ਚੜ ਰਿਹਾ ਸੀ, ਕਿਉਂਕਿ ਕੰਮ ਹੋ ਰਿਹਾ ਸੀ, ਕਿਉਂਕਿ ਡਿਵੈਲਪਮੈਂਟ ਹੋ ਰਹੀ ਸੀ, ਲੋਕਾਂ ਨੂੰ ਵੈਲਫੇਅਰ ਪਾਲਿਸੀਜ਼ ਪਹੁੰਚਾਈਆਂ ਜਾ ਰਹੀਆਂ ਸੀ। ਪਰ ਕਾਂਗਰਸ ਨੇ ਤਾਂ ਤੁਸੀਂ ਦੇਖੋਗੇ ਕਿ ਹੱਦ ਹੈ, ਇੱਕ ਇੱਟ ਤੱਕ ਨਹੀਂ ਲਾਈ, ਔਰ 1 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਚੜ ਗਿਆ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਉਹ ਪੈਸਾ ਗਿਆ ਕਿੱਥੇ। ਹਾਂਜੀ ਕਲੇਰ ਸਾਹਿਬ, ਸੌਰੀ ਮੈਂ ਤੁਹਾਨੂੰ ਇੱਥੇ ਮਾੜਾ ਜਿਹਾ ਟੋਕਦਾ ਜੀ, ਕਿਉਂਕਿ ਜਿਹੜੀ ਤੁਸੀਂ ਗੱਲ ਡਿਵੈਲਪਮੈਂਟ ਦੀ ਕੀਤੀ ਕਿ ਅਕਾਲੀ ਦਲ ਵੇਲੇ ਡਿਵੈਲਪਮੈਂਟ ਹੋਏ, ਥਰਮਲ ਲਗਾਏ ਗਏ ਜਾਂ ਸੜਕਾਂ ਬਣਾਈਆਂ ਗਈਆਂ, ਇਹਦੇ ਵਿੱਚ ਤਾਂ ਦੋਨੇ ਚੀਜ਼ਾਂ ਆ ਜਾਂਦੀਆਂ ਜੀ। ਜਿਹੜਾ ਥਰਮਲ ਪਲਾਂਟ ਬਣਾਇਆ ਗਿਆ ਉਹ
ਸਰਕਾਰ ਵੱਲੋਂ ਨਹੀਂ ਸੀ ਬਣਾਇਆ ਗਿਆ, ਪ੍ਰਾਈਵੇਟ ਜਿਹੜੀਆਂ ਕੰਪਨੀਆਂ ਉਹਨਾਂ ਵੱਲੋਂ ਬਣਾਇਆ ਗਿਆ ਤੇ 25-25 ਸਾਲ ਦੇ ਸਮਝੌਤੇ ਕੀਤੇ ਗਏ ਉਹਦੇ ਵਿੱਚ। ਤੇ ਦੂਸਰੀ ਗੱਲ ਸੜਕਾਂ ਦੀ ਜਿਹੜੀ ਆ ਜਾਂਦੀ ਹੈ, ਤੁਸੀਂ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜੀਆਂ ਮਜ਼ਬੂਤ ਸੜਕਾਂ ਬਣਵਾਈਆਂ ਪੰਜਾਬ ਦੇ ਵਿੱਚ, ਸੜਕਾਂ ਦਾ ਜਾਲ ਵਿਛਾਇਆ। ਉਹ ਤਾਂ ਜੇਕਰ ਦੇਖਿਆ ਜਾਵੇ ਤਾਂ ਜੀ ਉਹਨਾਂ ਦੇ ਉੱਤੇ ਟੋਲ ਟੈਕਸ ਲੱਗਾ ਹੋਇਆ, ਜਦ ਕਿ ਕਾਨੂੰਨੀ ਤੌਰ ਤੇ ਟੋਲ ਟੈਕਸ ਵੀ 60 ਕਿਲੋਮੀਟਰ ਤੇ ਲੱਗਦਾ, ਤੇ ਹੁਣ ਉਹ ਉਸ ਤੋਂ ਵੀ ਪਹਿਲੇ ਲੱਗਣੇ ਸ਼ੁਰੂ ਹੋ ਗਏ ਹਨ। ਉਹ ਤਾਂ ਇੱਕ ਕਿਸਮ ਦਾ ਦੇਖਿਆ ਜਾਵੇ ਪੰਜਾਬ ਦੇ ਸਿਰ ਹੋਰ ਕਰਜ਼ਾ ਵਧਾ ਦਿੱਤਾ ਗਿਆ, ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਸ਼ਾਇਦ ਜ਼ਿਆਦਾ ਬੋਝ ਪਾ ਦਿੱਤਾ ਗਿਆ। ਤੇ ਉਹ ਪਰ ਤੁਸੀਂ ਕਹਿ ਰਹੇ ਹੋ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੀ ਉਪਲਬਧੀ ਹੈ ਤੇ ਇਹ ਪੰਜਾਬ ਦੇ ਡਿਵੈਲਪਮੈਂਟ ਕੀਤੀ ਹੈ, ਜਦ ਕਿ ਇਹਦੇ ਨਾਲ ਤਾਂ ਸੜਕਾਂ ਦੇ ਨਾਲ ਵੀ ਲੋਕਾਂ ਦਾ, ਜਿਵੇਂ ਕਿ ਗੱਲ ਕੀਤੀ ਕਿ ਦੁਬਾਰਾ ਹੋਰ ਖੂਨ ਚੂਸਿਆ ਜਾ ਰਿਹਾ, ਜਾਂ ਫਿਰ ਪ੍ਰਾਈਵੇਟ ਕੰਪਨੀਆਂ ਵੱਲੋਂ ਲੋਕਾਂ ਦੀ ਜ਼ਿਆਦਾ ਛਿੱਲ ਲਾਈ ਜਾ ਰਹੀ, ਬਿਜਲੀ ਕੰਪਨੀਆਂ ਵੱਲੋਂ। ਜੀ ਜੌਲ ਸਾਹਿਬ, ਮੈਂ ਫੇਰ ਦੁਬਾਰਾ ਗੱਲ ਕਹਿ ਰਿਹਾ ਕਿ ਥਰਮਲਾਂ ਦੇ ਵਿੱਚ ਵੀ ਪੰਜਾਬ ਸਰਕਾਰ ਦਾ ਹਿੱਸਾ ਜਿਹੜਾ ਪੈਸਾ ਲੱਗਦਾ, ਉਹ ਵਿੱਚ ਕੋਈ ਦੋ ਰਾਏ ਨਹੀਂ, ਸਾਰਾ ਪੈਸਾ ਨਹੀਂ ਪ੍ਰਾਈਵੇਟ ਕੰਪਨੀਆਂ ਲਾਉਂਦੀਆਂ ਹੁੰਦੀਆਂ। ਔਰ ਦੂਸਰੀ ਵੱਡੀ ਗੱਲ ਹੈ ਜਿਹੜੀ ਕਿ ਕੱਲਾ ਥਰਮਲ ਲਾਉਣ ਨਾਲ ਪੰਜਾਬ ਬਿਜਲੀ ਸਰਪਲਸ ਸੂਬਾ ਨਹੀਂ ਹੋ ਜਾਣਾ। ਉਰੇ ਕੋਈ ਧਰਤੀ ਚੋਂ ਬਿਜਲੀ ਨਹੀਂ ਨਿਕਲਦੀ, ਜਿਹੜਾ ਦੂਜਾ ਇਨਫਰਾਸਟ੍ਰਕਚਰ ਤੁਸੀਂ ਪ੍ਰੋਵਾਈਡ ਕਰਨਾ, ਜਿੱਦਾਂ ਮੈਂ ਕਿਹਾ ਕਿ ਖੰਭੇ, ਲਾਈਨਾਂ ਵਿਛਾਉਣੀਆਂ, ਟਰਾਂਸਫਾਰਮ ਲੈ ਕੇ ਜਾਣੇ ਪਿੰਡਾਂ ਢਾਣੀਆਂ ਤੱਕ, ਉਹ ਬਿਜਲੀ ਨੂੰ ਪਹੁੰਚਾਉਣਾ, ਉਹ ਬਹੁਤ ਇੱਕ ਖਰਚੇ ਦਾ ਪ੍ਰੋਸੈਸ ਹੈ ਜਿਹੜਾ ਕਿ ਪੰਜਾਬ ਸਰਕਾਰ ਨੇ ਜਾਂ PPCL ਨੇ ਹੀ ਕਰਨਾ ਹੁੰਦਾ। ਔਰ ਦੂਜੀ ਵੱਡੀ ਗੱਲ ਹੈ ਰੋਡ ਨੈਟਵਰਕ ਦੀ। ਰੋਡ ਨੈਟਵਰਕ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੀ ਹੈਗਾ ਕਿ ਪੰਜਾਬ ਸਰਕਾਰ ਦਾ ਉਹਦੇ ਵਿੱਚ ਵੀ ਪੈਸਾ ਲੱਗਦਾ ਹੈ, ਪ੍ਰਾਈਵੇਟ ਕੰਪਨੀਆਂ ਵੀ ਜ਼ਰੂਰ ਹੁੰਦੀਆਂ ਨੇ। ਔਰ ਤੁਸੀਂ ਕਿਸੇ ਵੀ ਸੂਬੇ ਦੀ ਤਰੱਕੀ ਲਈ ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਜੌਲ ਸਾਹਿਬ। ਇੱਕ, ਉਹ ਸੂਬੇ ਦੇ ਵਿੱਚ ਬਿਜਲੀ ਹੋਣੀ ਚਾਹੀਦੀ ਹੈ, ਦੂਜਾ 에ਅਰਪੋਰਟ ਕਨੈਕਟੀਵਿਟੀ ਹੋਣੀ ਚਾਹੀਦੀ ਹੈ, ਔਰ ਤੀਜੀ ਰੋਡ ਟਰਾਂਸਪੋਰਟ ਨੈਟਵਰਕ ਉਹ ਸੂਬੇ ਦਾ ਵਧੀਆ ਹੋਣਾ ਚਾਹੀਦਾ। ਤਿੰਨੇ ਚੀਜ਼ਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਕੰਮ ਕੀਤਾ। ਪਰ ਤੁਸੀਂ ਦੇਖੋਗੇ ਕਿ ਜਿਹੜਾ ਸਾਡਾ ਵਿਜ਼ਨ ਸੀ, ਇਹ ਜਿਹੜੀ ਬਿਜਲੀ ਅੱਜ ਪੰਜਾਬ ਦੇ ਵਿੱਚ ਬਣ ਰਹੀ ਹੈ, ਇਹਨੂੰ ਤੁਸੀਂ ਗਵਾਂਢੀ ਸੂਬਿਆਂ ਨੂੰ ਵੇਚ ਕੇ ਪੈਸਾ ਕਮਾ ਸਕਦੇ ਸੀ, ਪਰ ਸਰਕਾਰ ਦੀ ਮਾੜੀ ਨੀਤੀਆਂ ਕਰਕੇ, ਜਿੱਦਾਂ ਮੈਂ ਕਿਹਾ ਬਠਿੰਡਾ ਥਰਮਲ ਜਿਹਨੂੰ ਅਸੀਂ ਓਵਰਆਲ ਕਰਕੇ ਗਏ, ਉਹ ਤੇ ਇੰਨਾ ਪੈਸਾ ਲਾਇਆ, ਉਹ 2030 ਤੱਕ ਕੰਪਨੀ ਨੇ ਮੇਨਟੇਨ ਕਰਨਾ ਸੀ, ਕਾਂਗਰਸ ਨੇ ਉਹ ਬੰਦ ਕਰਤਾ। ਰੋਪੜ ਦੇ 2 ਯੂਨਿਟ ਬੰਦ ਕਰਤੇ, ਤਲਵੰਡੀ ਸਾਬੋ ਬੰਦ ਪਿਆ। ਸੋ ਸਰਕਾਰ ਦੀ ਮਾੜੀ ਨੀਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਗਾਂਹ ਵਧੂ ਸਟੇਟ ਦਾ ਵਿਜ਼ਨ ਸੀ, ਜਿੱਦੋਂ ਸਟੇਟ ਨੇ ਪੈਸਾ ਕਮਾਉਣਾ ਸੀ, ਬਾਹਰੋਂ ਪ੍ਰੋਜੈਕਟ ਇਨਵੈਸਟਮੈਂਟ ਲੈ ਕੇ ਆਉਣੀ ਸੀ, ਉਹਨੂੰ ਕਿਤੇ ਨਾ ਕਿਤੇ ਸੱਟ ਵੱਜੀ। ਔਰ ਸੂਬੇ ਨੂੰ ਇਕਨੋਮਿਕ ਤੌਰ ਤੇ ਵੀ ਤੇ ਡਿਵੈਲਪਮੈਂਟ ਦੇ ਤੌਰ ਤੇ ਵੀ ਦੋਨੋਂ ਪਾਸੋਂ ਸੱਟ ਵੱਜੀ। ਹਾਂਜੀ, ਨਾਲ ਦੀ ਨਾਲ ਸੌਰੀ ਮਾਫ ਕਰਨਾ ਲਾਡੀ ਜੀ, ਇਹਦੇ ਜਿੱਥੇ ਤੁਸੀਂ ਇਹ ਗੱਲ ਕੀਤੀ ਜੀ, ਹਾਂ ਇਹ ਚਲੋ ਇਸ ਸਬਜੈਕਟ ਤੇ ਆਪਾਂ ਗੱਲ ਕਰੀਏ। ਅਗਲਾ ਜਿਹੜਾ ਸਭ ਤੋਂ ਵੱਡਾ ਸਬਜੈਕਟ ਹੈ ਜੀ, ਉਹ ਨੌਕਰੀਆਂ ਦਾ ਆ ਜਾਂਦਾ ਜੀ, ਜੌਬਾਂ ਦਾ। ਤਾਂ ਉਹਦੇ ਵਿੱਚ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੀਆਂ ਨੌਕਰੀਆਂ ਸਿਰਫ ਤੇ ਸਿਰਫ ਆਪਣੇ ਮੰਤਰੀਆਂ ਨੂੰ, MLA ਨੂੰ ਕੰਟਰੋਲ ਕਰਨ ਲਈ ਕੈਪਟਨ ਸਾਹਿਬ ਨੇ ਦਿੱਤੀਆਂ, ਪਰ ਜਿਹੜਾ ਟੀਚਰਾਂ ਦੇ ਨਾਲ ਜੀ ਜਿਹੜਾ ਦੁਰਵਿਹਾਰ ਹੋ ਰਿਹਾ, ਉਹਨਾਂ ਦੇ ਇੰਨਾ ਵਿਚਾਰਿਆਂ ਦੇ ਡਾਂਗ ਇਸ ਤਰ੍ਹਾਂ ਫੇਰੀ ਜਾ ਰਹੀ ਹੈ, ਇਸ ਤਰ੍ਹਾਂ ਉਹਨਾਂ ਨੂੰ ਕੁੱਟਿਆ ਜਾ ਰਿਹਾ, ਜਿੱਦਾਂ ਕਿ ਪੰਜਾਬੀ ਜਿਵੇਂ ਕਹਿੰਦੇ ਕਿ ਛੱਲੀਆਂ ਨੂੰ ਕੁੱਟਿਆ ਜਾਂਦਾ, ਜਿਵੇਂ ਕਿ ਉਹ ਇਸ ਦੇਸ਼ ਦੇ ਵਾਸੀ ਨਹੀਂ ਹੁੰਦੇ। ਪਰ ਜਿਹੜਾ ਮਾਸਟਰਾਂ ਦਾ ਮੁੱਦਾ ਹੈ, ਇਹ ਜੀ ਟੀਚਰਾਂ ਦਾ ਜਿਹੜਾ ਮੁੱਦਾ ਹੈ, ਇਹ ਸ਼੍ਰੋਮਣੀ ਅਕਾਲੀ ਦਲ ਵੇਲੇ ਵੀ ਇਹ ਹਾਲ ਸੀ, ਤਾਂ ਹੁਣ ਕਾਂਗਰਸ ਸਰਕਾਰ ਵੇਲੇ ਵੀ ਇਹ ਹਾਲ ਆ। ਤੁਹਾਨੂੰ ਨਹੀਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਦੀ ਵੀ ਉਦੋਂ ਹੀ ਬਾਂਹ ਫੜ ਲੈਣੀ ਚਾਹੀਦੀ ਸੀ, ਤੇ ਤਾਂ ਜੋ ਉਹ ਖੱਜਲ ਖਵਾਰ ਨਾ ਹੁੰਦੇ? ਅੱਜ ਤੱਕ ਉਹ ਖੱਜਲ ਖਵਾਰ ਹੋ ਰਿਹਾ, ਤੇ ਉਹ ਕਿੱਦਾਂ ਤੁਹਾਡੇ ਨਾਲ ਜੁੜਨਗੇ ਜੀ? ਕਿਸ ਤਰ੍ਹਾਂ ਉਹ ਤੁਹਾਨੂੰ ਵੋਟਾਂ ਪਾਉਣਗੇ ਜੇਕਰ ਤੁਸੀਂ ਉਹਨਾਂ ਦੀ ਪਹਿਲਾਂ ਹੀ ਨਹੀਂ ਸੁਣੀ? ਉਹ ਕਿੱਦਾਂ ਯਕੀਨ ਕਰਨਗੇ ਕਿ ਗਾਂ ਸਾਡੀ ਸੁਣੀ ਜਾਊਗੀ ਜੀ? ਜੀ ਕਲੇਰ ਸਾਹਿਬ। ਜੌਲ ਸਾਹਿਬ, ਤੁਸੀਂ ਦੇਖੋਗੇ ਕਿ ਜਿਹੜਾ ਟੀਚਰ ਨੇ, ਆਪਾਂ ਟੀਚਰਾਂ ਤੋਂ ਪਹਿਲਾਂ ਸ਼ੁਰੂ ਕਰ ਲਈਏ, ਇਹਨਾਂ ਦਾ 1.25 ਲੱਖ ਦੇ ਕਰੀਬ ਕੈਡਰ ਹੈ। ਔਰ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਕਿ ਇਹਦੇ ਚੋਂ 75,000 2007 ਤੋਂ 17 ਭਰਤੀ ਕੀਤੇ ਨੇ। ਸੋਚੋ 1.25 ਲੱਖ ਦਾ ਟੋਟਲ ਕੈਡਰ ਹੈ, ਤੇ 75,000 2007 ਤੋਂ 17 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਭਰਤੀ ਹੋਏ ਨੇ। ਔਰ ਇਹਨਾਂ ਦੀ 5 ਤਰ੍ਹਾਂ ਦੀ ਕਲਾਸੀਫਾਈ ਕਰ ਸਕਦੇ ਹੋ। ਕੁਝ ਬੰਦੇ ਨੇ ਜਿਹੜੇ ਕਿ ਪੂਰੇ B.Ed ਨੇ, ਕੁਝ ਇਹਨਾਂ ਦੇ ਵਿੱਚ +2 ਵਾਲੇ ਵੀ ਨੇ, ਸਭ ਦੀਆਂ ਅੱਡ-ਅੱਡ ਕੈਟਾਗਰੀਜ਼ ਹੈ। ਔਰ ਸ਼੍ਰੋਮਣੀ ਅਕਾਲੀ ਦਲ ਵੇਲੇ ਇਹਨਾਂ ਨੂੰ ਪੱਕੇ ਕਰਨ ਦਾ ਵੀ ਅਸੀਂ ਪੂਰਾ ਬਣਾਤਾ ਸੀਗਾ, ਪਰ ਉਸ ਤੋਂ ਬਾਅਦ ਕਿਉਂਕਿ ਕੋਡ ਆਫ ਕੰਡਕਟ ਲੱਗ ਗਿਆ, ਕਿਉਂਕਿ ਸਾਡੀ ਪਹਿਲੀ ਜਿਹੜਾ ਫੋਕਸ ਸੀ ਉਹ ਸੀ ਭਰਤੀ ਕਰਨਾ, ਜੌਬ ਕ੍ਰੀਏਟ ਕਰਨਾ। ਔਰ ਜਦੋਂ ਅਸੀਂ ਇਹ ਚੀਜ਼ਾਂ ਤੇ ਕੰਮ ਕਰਕੇ ਜੌਬਸ ਦੇਤੀਆਂ ਸੀ, ਫਿਰ ਦੂਜਾ ਸਾਡਾ ਟੀਚਾ ਸੀ ਇਹਨਾਂ ਨੂੰ ਪੱਕੇ ਕਰਨਾ। ਉਹਦੇ ਚ ਅਸੀਂ ਸੀਗਾ ਕਿ ਜਿਹੜੇ ਤਾਂ ਜਿਨ੍ਹਾਂ ਦੀ ਤਾਂ ਕੁਆਲੀਫਿਕੇਸ਼ਨ ਪੂਰੀ ਹੈ, ਉਹਨਾਂ ਨੂੰ ਪਹਿਲੇ ਲੋਟ ਚ ਪੱਕੇ ਕਰਨਾ। ਔਰ ਤੁਹਾਨੂੰ ਯਾਦ ਹੋਣਾ ਕਿ ਸਾਨੂੰ ਇਹਦੇ ਲਈ ਵਿਸ਼ੇਸ਼ ਸੈਸ਼ਨ ਵੀ ਬੁਲਾਉਣਾ ਪੈ ਗਿਆ ਸੀ, ਕਿਉਂਕਿ ਗਵਰਨਰ ਸਾਹਿਬ ਨੇ ਪਹਿਲਾਂ ਮਨਾ ਕਰਤਾ ਸੀ। ਫਿਰ ਦੁਬਾਰਾ ਵਿਧਾਨ ਸਭਾ ਦਾ ਸੈਸ਼ਨ ਕੱਲਾ ਟੀਚਰਾਂ ਦੇ ਮੁੱਦੇ ਤੇ ਸੱਦਿਆ ਗਿਆ, ਔਰ ਦੁਬਾਰਾ ਗਵਰਨਰ ਸਾਹਿਬ ਨੂੰ ਭੇਜਿਆ, ਇਹਨੇ ਕੋਡ ਆਫ ਕੰਡਕਟ ਲੱਗ ਗਿਆ, ਤੇ ਨਵੀਂ ਸਰਕਾਰ ਨੇ ਉਹ ਪੱਕੇ ਨਹੀਂ ਕੀਤੇ। ਔਰ ਜਿਹੜੀ ਦੂਸਰੀ ਵੱਡੀ ਗੱਲ ਹੈ, ਇਹ ਮੈਂ ਇੱਕ ਚੀਜ਼ ਇਹ ਚ ਐਡ ਕਰ ਦਿਆਂ ਜੀ ਕਿ ਮੁਲਾਜ਼ਮ ਇਹ ਚੀਜ਼ ਭਲੀ ਭਾਂਤੀ ਜਾਣਦੇ ਨੇ ਕਿ ਅੱਜ ਤੱਕ ਸੂਬੇ ਦੇ ਵਿੱਚ 5 ਪੇ ਕਮਿਸ਼ਨ ਲਾਗੂ ਹੋਏ ਨੇ, ਔਰ 5 ਦੇ 5 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲਾਗੂ ਕੀਤੇ ਨੇ। ਕਾਂਗਰਸ ਨੇ ਤਾਂ 6ਵਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਜਿਹਦੀਆਂ ਤਰੀਕਾਂ ਪੈ ਰਹੀਆਂ, ਅੱਜ ਤੱਕ ਲਾਗੂ ਨਹੀਂ ਹੋਇਆ। ਸੋ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਮੁਲਾਜ਼ਮਾਂ ਪ੍ਰਤੀ ਸੁਹਿਰਦ ਹੈ,
ਔਰ ਜਿਹੜੀ ਇਹ ਸਾਡੇ ਭੈਣ ਭਰਾ ਰਹਿ ਵੀ ਗਏ ਨੇ ਜਿਨ੍ਹਾਂ ਨੂੰ ਕਾਂਗਰਸ ਨੇ 45,000 ਤੋਂ 15,000 ਤੇ ਲਿਆਤਾ, ਜਿੱਦਣ ਸਰਕਾਰ ਬਣੂਗੀ ਇਹ ਜਿਹੜਾ ਸਾਡਾ ਵਾਅਦਾ ਹੈ, ਕਿਉਂਕਿ ਇਹ ਸਾਡਾ 2017 ਚ ਅਸੀਂ ਪੱਕੇ ਕਰਨ ਲੱਗੇ ਸੀ, ਸੋ ਅਸੀਂ 2022 ਦੇ ਵਿੱਚ ਪੱਕੇ ਕਰਾਂਗੇ ਔਰ ਇਹਨਾਂ ਦਾ ਪੇ ਸਕੇਲ ਵੀ ਪੁਰਾਣੇ ਤੇ ਲੈ ਕੇ ਜਾਵਾਂਗੇ ਜਿੱਥੇ ਅਸੀਂ ਛੱਡ ਕੇ ਗਏ ਸੀ। ਪਰ ਇਹ ਕਲੇਰ ਸਾਹਿਬ ਸਿਰਫ ਜੁਮਲਾ ਬਣ ਕੇ ਰਹਿ ਜਾਵੇਗਾ ਜਾਂ ਫਿਰ ਚੋਣ ਮੈਨੀਫੈਸਟੋ 'ਚ ਵਾਅਦਾ ਤੁਸੀਂ ਕਿ ਲੀਗਲ ਡਾਕੂਮੈਂਟਰੀ ਬਣਾਓ ਨਾ, ਵੀ ਲੀਗਲ ਡਾਕੂਮੈਂਟਰੀ ਜੋ ਤੁਸੀਂ ਚੋਣ ਮੈਨੀਫੈਸਟੋ 'ਚ ਵਾਅਦਾ ਕਰਤਾ ਉਹ ਬਿਲਕੁਲ ਪੂਰਾ ਕਰਨਾ ਹੀ ਹੈ? ਲਾਡੀ ਜੀ, ਮੈਂ ਨਾ ਉਹ ਇੱਕ ਨੌਜਵਾਨ ਹੋਣ ਦੇ ਨਾਤੇ ਮੈਂ ਇਸ ਚੀਜ਼ ਦਾ ਬਿਲਕੁਲ ਪੱਕੇ ਤੌਰ ਤੇ ਧਾਰਨੀ ਆ ਕਿ ਜਿਹੜਾ ਚੋਣ ਮੈਨੀਫੈਸਟੋ ਹੈ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ, ਕਿਉਂਕਿ ਇਸ ਦੇ ਤਰ੍ਹਾਂ ਨਾਲ ਜਿਹੜੇ ਪਿਛਲੇ ਆਪਾਂ ਦੇਖਿਆ ਕਿ 2017 ਦੇ ਵਿੱਚ ਕਿਸ ਤਰੀਕੇ ਦੇ ਨਾਲ 420 ਕੀਤੀ ਠੱਗੀ ਮਾਰੀ ਪੰਜਾਬ ਦੇ ਨਾਲ, ਇਹਨੂੰ ਰੋਕਣ ਲਈ ਇਹਨੂੰ ਲੀਗਲ ਡਾਕੂਮੈਂਟ ਬਣਾਉਣਾ ਪਊ। ਪਰ ਲੋਕ ਪੰਜਾਬ ਦੇ ਜਾਣਦੇ ਨੇ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਤੱਕ ਜੋ ਜੋ ਕਿਹਾ ਉਹ ਸੂਬੇ ਦੇ ਵਿੱਚ ਕਰਕੇ ਦਿਖਾਇਆ ਮੌਜੂਦ ਹੈ। ਸਾਨੂੰ ਕੋਈ ਐਸਾ ਗੱਲ ਕਹਿਣ ਦੀ ਲੋੜ ਨਹੀਂ, ਕਿਉਂਕਿ ਸਾਡੇ ਕੰਮ ਬੋਲਦੇ ਨੇ, ਅਸੀਂ ਪੰਜਾਬ ਲਈ ਕੰਮ ਕੀਤੇ ਹੋਏ ਨੇ, ਚਾਹੇ ਨੌਕਰੀਆਂ ਦੇਣੀਆਂ ਹੋਣ, ਪੁਲਿਸ ਡਿਪਾਰਟਮੈਂਟ ਹੋਵੇ, ਡਾਕਟਰ ਭਰਤੀ ਕਰਨੇ ਹੋਣ, ਰੈਵਨਿਊ ਦਾ ਜਿਹੜਾ ਸਿਸਟਮ ਹੈ ਸਾਰਾ ਆਨਲਾਈਨ ਕਿਹਨੇ ਕੀਤਾ? ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਸੋ ਸ਼੍ਰੋਮਣੀ ਅਕਾਲੀ ਦਲ ਨੇ ਕੰਮ ਕੀਤੇ ਹੋਏ ਨੇ ਔਰ ਬੋਲਦੇ ਨੇ ਉਹ। ਕਲੇਰ ਸਾਹਿਬ, ਇਸ ਗੱਲ ਦਾ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਮੌਕੇ ਜ਼ਰੂਰ ਵਿਕਾਸ ਜ਼ਰੂਰ ਹੋਇਆ, ਪਰ ਅਜੇ ਤੱਕ ਵੀ ਕੋਵਿਡ-19 ਜਿਹਦੇ ਜਦੋਂ ਦੌਰ ਆਇਆ ਉਹ ਮਹਾਮਾਰੀ ਫੈਲੀ, ਦੇਸ਼ ਆਜ਼ਾਦ ਹੋਏ ਨੂੰ ਬਹੁਤ ਸਮਾਂ ਹੋ ਚੁੱਕਿਆ, ਉਸ ਮੌਕੇ ਇੱਕ ਚੀਜ਼ ਦੀ ਘਾਟ ਜ਼ਰੂਰ ਹੋਈ ਕਿ ਸਾਡੇ ਸੂਬੇ ਜਾਂ ਸਾਡੇ ਦੇਸ਼ ਦੇ ਵਿੱਚ ਹਸਪੀਟਲਾਂ ਦੀ ਕਮੀ ਹੈ। ਅਸੀਂ ਇਹ ਗੱਲ ਦਾ ਜ਼ਰੂਰ ਕਹਿ ਰਹੇ ਹਾਂ ਕਿ ਵਿਕਾਸ ਹੋ ਗਿਆ, ਗਲੀਆਂ ਨਾਲੀਆਂ ਤੇ ਜਾਂ ਇਹਨਾਂ ਚੀਜ਼ਾਂ ਦੇ ਵਿਕਾਸ ਕਰ ਰਹੇ ਹਾਂ, ਕਿ ਸਾਨੂੰ ਇਸ ਗੱਲ ਦਾ ਪਤਾ ਕਿ ਸਿੱਖਿਆ ਦਾ ਤੇ ਹਸਪੀਟਲਾਂ ਦਾ ਵਿਕਾਸ ਨਹੀਂ। ਅੱਜ ਜਿਹੜੇ ਮਰਜ਼ੀ ਹਸਪੀਟਲ 'ਚ ਤੁਸੀਂ ਚੱਲ ਜਾਓ, ਕਿਤੇ ਬੈੱਡ ਨਹੀਂ, ਕਿਤੇ ਡਾਕਟਰ ਨਹੀਂ। ਜੇ ਡਾਕਟਰ ਹੈ ਨਾ, ਉਹ ਕਹਿੰਦੇ ਸਾਡੇ ਕੋਲ ਵੈਕਸੀਨ ਨਹੀਂ ਹੈਗੀ, ਜੇ ਵੈਕਸੀਨ ਹੈਗੀ ਤਾਂ ਕਿਸੇ ਕੋਲ ਕਿੱਟਾਂ ਨਹੀਂ ਹੈਗੀਆਂ। ਵੈਸੇ ਸਿੱਧੂ ਸਾਹਿਬ ਉਹਨਾਂ ਤੇ ਵੀ ਇਹ ਗੱਲ ਬਲੇਮ ਲੱਗ ਰਹੀ ਸੀ ਕਿ ਵੈਕਸੀਨ ਦਾ ਕਿਤੇ ਨਾ ਕਿਤੇ ਕੋਈ ਹੇਰ-ਫੇਰ ਹੋ ਰਹੀ ਹੈ। ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਵੀ ਵਿਰੋਧੀ ਧਿਰ ਸਾਡੇ ਤੇ ਕੋਈ ਬਲੇਮ ਲਗਾ ਰਹੇ ਨੇ। ਕੀ ਬਲੇਮ ਲੱਗ ਰਿਹਾ ਸੀ ਜਾਂ ਵਾਕਈ ਰੀਜਨ ਸੱਚਾਈ ਸੀ? ਜੀ ਲਾਡੀ ਜੀ, ਤੁਸੀਂ ਵੈਕਸੀਨ ਵਾਲੀ ਗੱਲ ਤੇ ਦੇਖੋ ਕਿ 400 ਰੁਪਏ ਦੀ ਵੈਕਸੀਨ ਕੇਂਦਰ ਤੋਂ ਸਰਕਾਰ ਲੈ ਰਹੀ ਹੈ ਤੇ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ 1200-1500 ਰੁਪਏ ਦੀ ਵੇਚ ਕੇ ਲੱਗੀ ਜਾ ਰਹੀ ਹੈ। ਔਰ ਉਹਦਾ ਬ੍ਰਾਂਡ ਅੰਬੈਸਡਰ ਕੌਣ ਹੈ? ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ, ਜਿਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕਰਕੇ ਇਹ ਗੱਲ ਕਹੀ ਕਿ ਜੀ ਤੁਸੀਂ ਆ ਮੈਕਸ ਤੋਂ ਤੇ ਫੋਰਟੀਜ਼ ਤੋਂ ਇਹ ਵੈਕਸੀਨ 1200 ਰੁਪਏ ਦੇ ਵਿੱਚ ਤੇ 1500 ਰੁਪਏ ਦੇ ਵਿੱਚ ਲਵਾ ਸਕਦੇ ਹੋ, ਤਾਂ ਇਸ ਤੋਂ ਮਾੜੇ ਹਾਲਾਤ ਕਿਸੇ ਸੂਬੇ ਦੇ ਕੀ ਹੋਣਗੇ? ਔਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦਾ ਬਜਟ 1000 ਕਰੋੜ ਤੋਂ ਵੀ ਘੱਟ ਹੈ, ਔਰ ਪੰਜਾਬ ਸਰਕਾਰ ਦਾ ਬਜਟ 1,60,000 ਕਰੋੜ ਦਾ ਹੈ। ਕਿੱਡਾ ਵੱਡਾ ਫਰਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 400 ਰੁਪਏ ਦੀ ਖਰੀਦ ਕੇ ਮੁਫਤ ਲਾ ਰਹੀ ਹੈ ਤੇ ਪੰਜਾਬ ਸਰਕਾਰ 400 ਰੁਪਏ ਦੀ ਖਰੀਦ ਕੇ ਉਹ ਤੇ ਮੁਨਾਫਾ ਕਮਾ ਰਹੀ ਹੈ। ਤੇ ਸਭ ਤੋਂ ਵੱਡਾ ਅੰਤਰ ਇਹ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੀ ਕੰਮ ਨੇ ਤੇ ਪੰਜਾਬ ਸਰਕਾਰ ਦੇ ਕੀ ਕੰਮ ਨੇ। ਔਰ ਦੂਜਾ ਜਿਹੜਾ ਸਵਾਲ ਹੈ ਉਹ ਇਹ ਹੈਗਾ ਕਿ ਜਿਹੜੀ ਫਤਿਹ ਕਿੱਟ ਹੈ, ਫਤਿਹ ਕਿੱਟ ਦੇ ਵਿੱਚ ਦੇਖੋ ਤੁਸੀਂ ਕਿੱਡਾ ਵੱਡਾ ਘੁਟਾਲਾ ਹੈ ਕਿ ਪਹਿਲਾ ਜਿਹੜਾ ਉਹਦਾ ਟੈਂਡਰ ਹੈ ਉਹ 837 ਰੁਪਏ ਦਾ ਦਿੰਦੇ ਨੇ, 837 ਰੁਪਏ ਲੋਐਸਟ ਬਿਡ ਹੈ ਉਹਦੀ, ਔਰ ਦਿੰਦੇ ਕਿੰਨੇ ਦਾ ਟੈਂਡਰ ਨੇ? 940 ਦਾ, ਪਹਿਲਾਂ ਹੀ 100 ਰੁਪਇਆ ਵਧਾ ਕੇ। ਫਿਰ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਪੈਸੇ ਅਸੀਂ ਘੱਟ ਕਮਾ ਲਏ, 20 ਦਿਨਾਂ ਦੇ ਵਿੱਚ ਹੀ ਨਵਾਂ ਟੈਂਡਰ ਦਿੰਦੇ ਨੇ ਲੁਧਿਆਣੇ ਦੀ ਕੰਪਨੀ ਨੂੰ 1227 ਰੁਪਏ ਦਾ, ਔਰ ਉਹਨੂੰ ਫਿਰ 10ਵੇਂ ਦਿਨ ਰਿਵਾਈਜ਼ ਕਰਦੇ ਨੇ 1338 ਰੁਪਏ। 837 ਤੋਂ 1338 ਤੱਕ ਲੈ ਜਾਂਦੇ ਨੇ। ਔਰ ਕਮਾਲ ਦੀ ਗੱਲ ਹੈ ਕਿ ਜਿਹੜੀ ਕੰਪਨੀ ਨੂੰ ਟੈਂਡਰ ਦਿੰਦੇ ਨੇ ਉਹਦਾ ਮੈਡੀਸਨ ਸੈਕਟਰ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਸੋ ਇਸ ਤਰੀਕੇ ਦੇ ਨਾਲ ਤਾਂ ਕਾਂਗਰਸ ਪੰਜਾਬ ਨੂੰ ਲੁੱਟਣ ਤੇ ਲੱਗੀ ਹੋਈ ਹੈ। ਤਾਂ ਇਹਦੇ ਤੋਂ ਬਾਅਦ ਜਿਹੜੀ ਸਰਕਾਰ ਬਿਮਾਰੀ ਦੇ ਵਿੱਚ ਲੋਕਾਂ ਦੀ ਜਾਨ ਦਾ ਵਪਾਰ ਕਰਨ ਲੱਗ ਜੇ, ਉਹਦੇ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ। ਬਿਲਕੁਲ ਜੀ, ਇਹ ਆਪਣੇ ਕੋਲ ਲਾਡੀ ਸਾਹਿਬ ਟਾਈਮ ਵੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਜੀ। ਛੋਟਾ ਜਿਹਾ ਕੁਐਸਚਨ ਹੋਰ, ਬਿਲਕੁਲ ਅੱਜ ਬਿਲਕੁਲ ਸੈਂਟਰ ਦੇ ਵਿੱਚ ਕਿਸਾਨ ਜਿਹੜੇ ਬੈਠੇ ਵਿਚਾਰੇ ਬਹੁਤ ਲੰਮੇ ਸਮੇਂ ਦੇ ਬੈਠੇ ਨੇ, ਉਹਨਾਂ ਨੂੰ ਕੋਈ ਸੋਲੂਸ਼ਨ ਨਹੀਂ ਨਿਕਲਿਆ। ਠੀਕ ਹੈ ਜੀ, ਪਰ ਜਦੋਂ ਉਹਨਾਂ ਨੇ 11 ਵਾਰੀ ਮੀਟਿੰਗ ਹੋ ਚੁੱਕੀ ਹੈ ਕੇਂਦਰ ਦੇ ਨਾਲ, ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਹ 'ਚ ਕੋਈ ਸ਼ੱਕ ਨਹੀਂ ਕਿ ਸਾਰੇ ਭਾਰਤ ਨੂੰ ਪਤਾ, ਵਰਲਡ ਦੇ ਵਿੱਚ ਬੈਠੇ ਜਿੱਥੇ ਵੀ ਕਿਤੇ ਪੰਜਾਬੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਵੇਖ ਰਹੇ ਨੇ, ਪਰ ਤੇਲ ਦੀ ਕੀਮਤ, ਖਾਦ ਦੀ ਕੀਮਤ ਜਾਂ ਬੀਜਾਂ ਦੀ ਕੀਮਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਜੇਕਰ ਕਿਸਾਨ ਨੇ ਆਪਣੀ ਜਿਣਸ ਦਾ ਭਾਅ ਵਧਾਉਣਾ ਹੋਵੇ ਜਾਂ ਉਹਨਾਂ ਨੂੰ ਧਰਨਾ ਲਾਉਣਾ ਪੈਂਦਾ, ਸਾਡੀ ਜਿਣਸ ਦਾ ਭਾਅ ਵਧਾਓ ਜੀ, ਕਣਕ ਦਾ ਜਾਂ ਚੌਲਾਂ ਦਾ। ਪਰ ਜੇਕਰ ਤੇਲ ਦਾ ਭਾਅ
ਉਹ ਆਪਣੇ ਆਪ ਵੱਧ ਜਾਂਦਾ, ਖਾਦ ਦਾ ਭਾਅ ਆਪਣੇ ਆਪ ਵੱਧ ਜਾਂਦਾ, ਬੀਜ ਦਾ ਭਾਅ ਆਪਣੇ ਆਪ ਵੱਧ ਜਾਂਦਾ। ਕੀ ਕਾਰਨ ਹੈ ਕਿ ਕਿਸਾਨ ਹੌਲੀ ਹੌਲੀ ਆਪਣੀ ਜਿਹੜੀ ਉਹ ਕੀ ਸੰਪਤੀ ਜਿਹੜੀ ਉਹ ਵੇਚ ਕੇ ਬਿਲਕੁਲ ਉਹ ਅੱਜ ਜਿਹੜੇ ਕਿਸਾਨ ਕੋਲ 20 ਕਿੱਲੇ ਸੀ ਉਹ 15-10 ਉਹ ਬਿਜਲੀ ਦਾ ਬਿੱਲ ਵੀ ਨਹੀਂ ਭਰ ਰਿਹਾ ਹੈਗਾ, ਉਹ ਵਿਚਾਰਾ ਰੋਟੀ ਕਿੱਥੋਂ ਖਾਊਗਾ। ਕੀ ਸਾਡਾ ਜਿਹੜਾ ਕਿ ਸਾਨੂੰ ਇੱਕ ਪੰਜਾਬ ਇੱਕ ਐਗਰੇਰੀਅਨ ਸਟੇਟ ਸੀ, ਸਾਨੂੰ ਇਹ ਮਾਣ ਸੀ ਕਿ ਪੰਜਾਬ ਇੱਕ ਖੁਸ਼ਹਾਲ ਸੂਬਾ ਹੈ, ਕਣਕ ਬਹੁਤ ਪੈਦਾ ਕਰ ਦਿੰਦਾ, ਚੌਲ ਬਹੁਤ ਪੈਦਾ ਕਰ ਦਿੰਦਾ। ਅੱਜ ਮੈਨੂੰ ਲੱਗਦਾ ਕਿ ਪੰਜਾਬ ਦਾ ਕਿਸਾਨ ਹੀ ਉੱਥੇ ਬਿਲਕੁਲ ਜਾ ਕੇ ਬੈਠਾ ਕਿ ਉਹਦਾ ਕੋਈ ਸੋਲੂਸ਼ਨ ਕੋਈ ਹੱਲ ਨਿਕਲੂਗਾ ਜਾਂ ਉਹ ਇਸੇ ਤਰ੍ਹਾਂ ਬੈਠੇ ਰਹਿਣਗੇ ਜੀ ਕਲੇਰ ਸਾਹਿਬ। ਲਾਡੀ ਜੀ, ਇਸ ਗੱਲ ਦਾ ਹੱਲ ਕੱਢਣਾ ਪਊਗਾ। ਕੇਂਦਰ ਸਰਕਾਰ ਜਿੰਨੀ ਮਰਜ਼ੀ ਬਤੀਜੋ ਦੇ, ਮੋਦੀ ਜਿੱਡਾ ਮਰਜ਼ੀ ਵੱਡਾ ਤਾਨਾਸ਼ਾਹ ਬਣ ਜੇ, ਪਰ ਤੁਹਾਨੂੰ ਮੈਂ ਅੱਜ ਦੱਸ ਦਿੰਦਾ ਕਿ ਅੰਤ ਦੇ ਵਿੱਚ ਉਹਨੂੰ ਝੁਕਣਾ ਪਊਗਾ, ਕਿਉਂਕਿ ਹਿੰਦੁਸਤਾਨ ਦੇ ਵਿੱਚ 80% ਜਿਹੜੀ ਇਕਨੋਮੀ ਹੈ ਉਹ ਐਗਰੀਕਲਚਰ ਤੇ ਬੇਸਡ ਹੈ, ਔਰ ਵਰਲਡ ਵਾਈਡ ਹੀ ਐਗਰੀਕਲਚਰ ਇੱਕ ਘਾਟੇ ਦਾ ਸੌਦਾ। ਤੁਸੀਂ ਚਾਹੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖਾਂਗੇ ਕਿ ਸਰਕਾਰਾਂ ਨੂੰ ਇਸ ਕਿੱਤੇ ਨੂੰ ਥੋੜੀ ਮਦਦ ਦੇਣੀ ਪੈਂਦੀ ਹੈ ਤਾਂ ਇਹ ਚੱਲਦਾ। ਔਰ ਤੁਸੀਂ ਪੰਜਾਬ ਦੀ ਅਗਰ ਮੈਂ ਗੱਲ ਕਰਾਂ ਜਾਂ ਹਿੰਦੁਸਤਾਨ ਦੀ ਗੱਲ ਕਰਾਂ ਤਾਂ ਅੱਜ ਮੈਨੂੰ ਤੁਹਾਡੇ ਮਾਧਿਅਮ ਨਾਲ ਦੱਸ ਕੇ ਬੜੀ ਖੁਸ਼ੀ ਹੁੰਦੀ ਹੈ ਕਿ MSP ਲਾਗੂ ਕਰਾਉਣ ਵਾਲੇ ਕੌਣ ਹੈ। ਸੰਤ ਫਤਿਹ ਸਿੰਘ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਤੇ ਲਾਲ ਬਹਾਦਰ ਸ਼ਾਸਤਰੀ, ਇਹ ਦੋ ਪਹਿਲੇ ਬੰਦੇ ਸੀ ਜਿਹੜੇ MSP ਦਾ ਕਨਸੈਪਟ ਲੈ ਕੇ ਆਏ ਸੀ। ਪੰਜਾਬ ਦੇ ਵਿੱਚ ਜਿਹੜਾ ਅੱਜ ਮਜ਼ਬੂਤ ਮੰਡੀਕਰਨ ਸਿਸਟਮ ਦੀ ਆਪਾਂ ਦੁਹਾਈ ਦਿੰਨੇ ਆ, ਇਹ RTI ਦੀ ਇਨਫੋਰਮੇਸ਼ਨ ਹੈ, 95% ਸਰਦਾਰ ਬਾਦਲ ਨੇ ਬਣਾਈਆਂ ਨੇ। ਕਿਸਾਨਾਂ ਨੂੰ ਬਿਜਲੀ ਫ੍ਰੀ ਦੇਣਾ ਇਹਦਾ ਮਕਸਦ ਸੀ ਕਿ ਕਿਸਾਨਾਂ ਨੂੰ ਮਦਦ ਕਰਨਾ। ਕਿਸਾਨਾਂ ਦੇ ਟਰੈਕਟਰ ਨੂੰ ਕਿਸਾਨ ਦਾ ਗੱਡਾ ਕਹਿ ਕੇ ਬਾਦਲ ਸਾਹਿਬ ਨੇ ਰਜਿਸਟ੍ਰੇਸ਼ਨ ਮੁਫਤ ਕੀਤੀ, ਇਹਦਾ ਮਕਸਦ ਸੀ ਕਿਸਾਨਾਂ ਨੂੰ ਥੋੜੀ ਮਦਦ ਦੇਣਾ। ਸੋ ਕਿਸਾਨੀ ਨੂੰ ਜਿੰਨਾ ਚਿਰ ਤੁਸੀਂ ਪਿੱਛੋਂ ਸਹਾਰਾ ਨਹੀਂ ਲਾਓਗੇ, ਕਿਸਾਨੀ ਸਰਵਾਈਵ ਨਹੀਂ ਕਰ ਸਕਦੀ। ਔਰ ਇਹ ਗੱਲ ਮੋਦੀ ਜਿੰਨੀ ਦੇਰ ਛੇਤੀ ਸਮਝ ਲੂ ਉਹਨੂੰ ਚੰਗਾ ਰਹੂਗਾ, ਨਹੀਂ ਕਿਸਾਨਾਂ ਦੇ ਮੂਹਰੇ ਇੱਕ ਦਿਨ ਉਹਨੂੰ ਘੁੱਟਨੇ ਟੇਕਣੇ ਪੈਣਗੇ। ਔਰ ਦੂਸਰੀ ਗੱਲ ਹੈ, ਪੰਜਾਬ ਸਰਕਾਰ ਨੇ ਇੱਕ ਬਹੁਤ ਵੱਡੀ ਗਲਤੀ ਕੀਤੀ ਇਸ ਟਾਈਮ ਦੇ ਵਿੱਚ। ਉਹਨਾਂ ਨੇ ਮੋਦੀ ਦੇ ਕਾਨੂੰਨਾਂ ਦੇ ਵਿੱਚ 3 ਸੋਧਾਂ ਕਰਕੇ ਕਾਨੂੰਨਾਂ ਨੂੰ ਮੰਨ ਲਿਆ, ਜਦ ਕਿ ਪੰਜਾਬ ਨੂੰ ਮੰਡੀ ਯਾਰਡ ਡਿਕਲੇਅਰ ਕਰਨਾ ਹੀ, ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਨੂੰ ਮੰਡੀ ਡਿਕਲੇਅਰ ਕਰ ਦਿਓ। ਜੇ ਇੱਕ ਵਾਰ ਮੰਡੀ ਡਿਕਲੇਅਰ ਹੋ ਗਈ ਤਾਂ ਕੇਂਦਰ ਦੇ ਕਾਨੂੰਨਾਂ ਦੀ ਦਖਲ ਆਟੋਮੈਟਿਕ ਖਤਮ ਹੋ ਜਾਣੀ ਸੀ, ਪਰ ਉਹਨਾਂ ਨੇ ਦੇਖਿਆ ਕਿ ਇੱਕ ਪੋਲੀਟੀਕਲ ਵਿਰੋਧੀ ਸਾਨੂੰ ਸਲਾਹ ਦੇ ਰਿਹਾ, ਉਹ ਸਲਾਹ ਨਹੀਂ ਮੰਨੀ। ਸੋ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ 2022 ਦੇ ਵਿੱਚ ਸਰਕਾਰ ਆਊਗੀ ਤਾਂ ਇਹ ਸਾਡਾ ਵਾਅਦਾ ਹੈ, ਮੈਨੀਫੈਸਟੋ ਦੇ ਵਿੱਚ ਵੀ ਰੱਖਾਂਗੇ ਕਿ MSP ਸਬਜ਼ੀਆਂ ਤੇ ਵੀ ਯਕੀਨੀ ਬਣਾਵਾਂਗੇ, ਪੰਜਾਬ ਨੂੰ ਮੰਡੀ ਵੀ ਡਿਕਲੇਅਰ ਕਰਾਂਗੇ, ਔਰ ਜਿੰਨੀ ਮਦਦ ਹੋ ਸਕੇ ਕਿਸਾਨਾਂ ਦੀ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਡਟਣ ਦੇ ਵਿੱਚ ਕਰਾਂਗੇ। ਠੀਕ ਹੈ ਜੀ, ਬਿਲਕੁਲ ਜੀ। ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਜੇ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ, ਕਿਉਂਕਿ ਵੋਟਾਂ ਬਹੁਤ ਨੇੜੇ ਜੀ, ਇਲੈਕਸ਼ਨ ਬਹੁਤ ਨੇੜੇ ਆ। ਜਿਹੜਾ ਦੀ ਪਾਰਟੀ ਦੇ ਵਿੱਚ ਦਲ ਬਦਲੂ ਚੱਲ ਰਿਹਾ ਕੰਮ, ਕਿ ਉਧਰਲੀ ਪਾਰਟੀ ਵਾਲਾ ਇੱਧਰ ਆ ਗਿਆ, ਇੱਧਰ ਵਾਲਾ ਉਧਰ ਚਲ ਗਿਆ। ਖਾਸ ਕਰ ਅਸ਼ਵਨੀ ਸ਼ੇਖਣੀ ਉਹਨਾਂ ਦੀ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ ਕਿ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ, ਪਰ ਰਾਤੋਂ ਰਾਤ ਤਬੀਅਤ ਖਰਾਬ ਹੁੰਦੀ ਹੈ, 5 ਸਟਾਰ ਕਿਸੇ ਹਸਪਤਾਲ ਦੇ ਵਿੱਚ ਐਡਮਿਟ ਹੁੰਦੇ ਹਨ, ਤੇ ਉਸ ਤੋਂ ਬਾਅਦ ਚੇਅਰਮੈਨ ਵਾਲੀ ਦਵਾਈ ਉਹਨਾਂ ਨੂੰ ਲੈ ਕੇ ਦੇ ਦਿੱਤੀ ਜਾਂਦੀ ਹੈ, ਤੇ ਪੰਜਾਬ ਪ੍ਰਦੂਸ਼ਣ ਬੋਰਡ ਹੈ ਜਿਹੜਾ ਸ਼ਾਇਦ ਉਹ ਹੁਣ ਉਹਨਾਂ ਨੂੰ ਦੇ ਦਿੱਤਾ ਗਿਆ, ਤੇ ਉਹ ਅਸ਼ਵਨੀ ਸ਼ੇਖੜੀ ਸਾਹਿਬ ਚੁੱਪ ਕਰਕੇ ਦੁਬਾਰਾ ਉੱਥੇ ਚਲ ਗਏ। ਤੁਹਾਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਲੋਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਜਿਹੜਾ ਕਿ ਸਿਰਫ ਤੇ ਸਿਰਫ ਅਹੁਦੇ ਦੇ ਭੁੱਖੇ ਆ, ਉਹ ਪਾਰਟੀ ਲਈ ਨੁਕਸਾਨਦੇਹ ਹੋ ਸਕਦਾ ਜੀ? ਨਹੀਂ, ਦੇਖੋ ਜੌਲ ਸਾਹਿਬ, ਅਗਰ ਤੁਸੀਂ ਇੱਕ ਨਿੱਜੀ ਰਾਏ ਮੇਰੀ ਪੁੱਛੋਗੇ ਤਾਂ ਹਮੇਸ਼ਾ ਹੀ ਮੈਂ ਤਾਂ ਇਹ ਗੱਲ ਕਹੂੰਗਾ ਕਿ ਪਾਰਟੀ ਦੇ ਵਿੱਚ ਹਮੇਸ਼ਾ ਪਾਰਟੀ ਦੇ ਵਫਾਦਾਰਾਂ ਨੂੰ ਅੱਗੇ ਰੱਖਿਆ ਜਾਣਾ ਚਾਹੀਦਾ, ਜਿਹੜਾ ਵਰਕਰ ਹੈ, ਜਿਹੜਾ ਮਿਹਨਤੀ ਹੈ, ਉਹਨੂੰ ਅੱਗੇ ਰੱਖਿਆ ਜਾਣਾ ਚਾਹੀਦਾ। ਪਰ ਪਾਰਟੀਆਂ ਨੇ ਇੱਕ ਲਾਰਜਰ ਪਿਕਚਰ ਦੇਖਣੀ ਹੁੰਦੀ ਹੈ। ਜਦੋਂ ਚੋਣਾਂ ਹੁੰਦੀਆਂ, ਇੱਕ ਲਾਰਜਰ ਪਿਕਚਰ ਦੇ ਵਿੱਚ ਤੁਸੀਂ ਦੇਖਣਾ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਉਸ ਚੋਣ ਦੇ ਵਿੱਚ ਜਾਣਾ। ਔਰ ਜਿੱਥੇ ਤੱਕ ਕਾਂਗਰਸ ਦੀ ਗੱਲ ਹੈ, ਕਾਂਗਰਸ ਦੇ ਤਾਂ ਵਿੱਚ 40 ਕੁਰਸੀ ਦੀ ਲੜਾਈ ਰਹੀ ਹੈ। ਮੈਂ ਤਾਂ ਬਾਰ-ਬਾਰ ਕਹਿਣਾ ਕਿ ਨਵਜੋਤ ਸਿੱਧੂ ਦੀ ਕੋਈ ਪੰਜਾਬ ਦੀ ਲੜਾਈ ਥੋੜਾ ਹੈ। ਅਗਰ ਪੰਜਾਬ ਦੀ ਲੜਾਈ ਹੁੰਦੀ ਤਾਂ 2017 ਤੋਂ ਲੈ ਕੇ ਅੱਜ ਤੱਕ ਕੀ ਕਰਦੇ ਰਹੇ? ਉਹਨਾਂ ਦੀ ਆਪਣੀ ਕੁਰਸੀ ਦੀ ਲੜਾਈ ਚੱਲ ਰਹੀ ਹੈ। ਸੋ ਅਮਰਿੰਦਰ ਸਿੰਘ ਆਪਣੀ ਕੁਰਸੀ ਬਚਾਉਣ ਲੱਗੇ ਨੇ, ਸੁੱਖੀ ਰੰਧਾਵਾ, ਜਾਖੜ ਸਾਹਿਬ ਆਪਣੀ ਕੁਰਸੀ ਦੀ ਲੜਾਈ ਲੜ ਰਹੇ, ਔਰ ਕਾਂਗਰਸ ਹਮੇਸ਼ਾ ਹੀ ਏਦਾਂ ਕਰਦੀ ਆਈ ਹੈ। 2002 ਤੋਂ 7 ਦੇ ਵਿੱਚ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਲੜਦੇ ਰਹੇ, ਤੁਹਾਨੂੰ ਯਾਦ ਹੋਣਾ ਦਿੱਲੀ ਕਿਵੇਂ ਡੇਰੇ ਲੱਗੇ ਸੀ। ਸੋ ਕਾਂਗਰਸ ਕੁਰਸੀ ਦੀ ਲੜਾਈ ਲੜਦੀ ਹੈ, ਪੰਜਾਬ ਪ੍ਰਤੀ ਇਹ ਸੁਹਿਰਦ ਨਹੀਂ ਤਾਂ ਕਰੋਨਾ ਦਾ ਵਕਤ ਚੱਲ ਰਿਹਾ ਹੋਵੇ, ਲੋਕ ਸਾਡੇ ਮਰ ਰਹੇ ਹੋਣ। ਮੈਂ ਇੱਕ ਗੱਲ ਜਾਂਦੇ ਜਾਂਦੇ ਦੱਸ ਦਿਆਂ ਜੀ ਕਿ ਤੁਸੀਂ ਹਸਪਤਾਲਾਂ ਦੀ ਗੱਲ ਕੀਤੀ ਸੀ, ਪੰਜਾਬ ਦੇ ਵਿੱਚ PGI, ਏਮਜ਼, ਇਹ ਹਸਪਤਾਲ ਲੈ ਕੇ ਹੀ ਬਾਦਲ ਸਰਕਾਰ ਆਈ ਹੈ। ਮੈਂ ਤਾਂ ਹਮੇਸ਼ਾ ਕਹਿਣਾ ਕਿ ਕਾਂਗਰਸ ਇੱਕ ਚੀਜ਼ ਤਾਂ ਦੱਸੇ ਜਿਹੜੀ 5 ਸਾਲਾਂ ਦੇ ਵਿੱਚ ਇੱਕ ਇੱਟ ਵੀ ਉਹਨਾਂ ਨੇ ਸੂਬੇ ਦੇ ਵਿੱਚ ਲਾਈ ਹੋਵੇ, ਤਾਂ ਮੈਂ ਅੱਗੋਂ ਕੁਝ ਨਹੀਂ ਕਹੂੰਗਾ। ਪਰ ਕਾਂਗਰਸ ਕੋਲੇ ਦੱਸਣ ਨੂੰ ਕੁਝ ਨਹੀਂ। ਸਮਾਂ ਦੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮਿਹਨਤ ਨਾਲ 10 ਸਾਲ 'ਚ ਇਨਫਰਾਸਟ੍ਰਕਚਰ ਖੜਾ ਕੀਤਾ, ਉਹ ਵੀ ਬਰਬਾਦ ਕਰਤਾ। ਕੋਵਿਡ ਟਾਈਮ ਤੁਸੀਂ ਦੇਖਿਆ ਹੋਣਾ, ਐਂਬੂਲੈਂਸਾਂ ਦੇ ਵਿੱਚ ਝਾੜੂ ਵੱਜ ਕੇ ਮਿੱਟੀ ਨਿਕਲਦੀ ਸੀ। ਸੋ ਐਂਬੂਲੈਂਸਾਂ ਅਸੀਂ ਖਰੀਦ ਗਏ ਤਾਂ ਉਹਨਾਂ ਨੂੰ ਸਾਫ਼ ਤੱਕ ਨਹੀਂ ਕਰ ਸਕੇ। ਇਹ ਹਾਲਾਤ ਨੇ ਕਾਂਗਰਸ ਦੇ। ਸੋ ਸੂਬਾ ਪਰਮਾਤਮਾ ਕਰੇ 2022 ਜਲਦੀ ਆਵੇ ਤੇ ਇਹਨਾਂ ਤੋਂ ਨਿਜਾਤ ਮਿਲੇ ਤੇ ਪੰਜਾਬ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਵਿੱਚ ਨਵੀਆਂ ਤਰੱਕੀਆਂ ਤੇ ਜਾਵੇ।
ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ KTV ਦੇ ਨਾਲ ਜੁੜੇ, ਤੇ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਤੁਹਾਡਾ ਧੰਨਵਾਦ ਹੈ। ਤੇ ਨਾਲ ਦੀ ਨਾਲ ਦਰਸ਼ਕਾਂ ਨੂੰ ਵੀ ਦੱਸਦੇ ਜਾਈਏ ਤੇ ਕਿ ਅਰਸ਼ਦੀਪ ਸਿੰਘ, ਐਡਵੋਕੇਟ ਅਰਸ਼ਦੀਪ ਸਿੰਘ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸਨ, ਉਹਨਾਂ ਦੇ ਨਾਲ ਅੱਜ ਆਪਾਂ ਜਿਹੜੀ ਸੀ ਗੱਲਬਾਤ ਕੀਤੀ। ਜੇ ਅਰਸ਼ਦੀਪ ਜੀ, ਤੁਹਾਡਾ ਵੀ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਜੀ। ਜੀ ਅਰਸ਼ਦੀਪ ਜੀ, ਬਿਲਕੁਲ ਧੰਨਵਾਦ ਲਾਡੀ ਜੀ, ਜੌਹਰ ਸਾਹਿਬ, ਬਹੁਤ ਚੰਗਾ ਲੱਗਿਆ ਜੀ, ਧੰਨਵਾਦ ਤੁਹਾਡਾ। ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਵੇਖ ਰਹੇ ਦਰਸ਼ਕਾਂ ਨੂੰ ਆਪਣੇ ਵੱਲੋਂ ਜ਼ਰੂਰ ਦੇ ਸਕਦੇ ਹੋ। ਮੈਂ ਜੀ ਸਿਰਫ NRI ਭਰਾਵਾਂ ਨੂੰ ਆਪਣੇ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਵੀਰੋ, ਤੁਹਾਡਾ ਬਹੁਤ ਹੱਡ ਚੀਰਵੀਂ ਮਿਹਨਤ ਦਾ ਪੈਸਾ ਤੁਸੀਂ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਆਪ ਆ ਕੇ ਕਰੋ, ਆਪਣੇ ਨਗਰ ਲਈ ਕਰੋ, ਆਪਣੇ ਪਿੰਡ ਲਈ ਕਰੋ। ਉੱਥੇ ਕੋਈ ਅਨਾਥ ਬੱਚਿਆਂ ਲਈ ਕੋਈ ਸਕੂਲ ਚਲਾਉਣਾ ਉਹ ਚਲਾਓ, ਪਰ ਜਿਹੜਾ ਤੁਸੀਂ ਆ ਪੋਲੀਟੀਕਲ ਲੋਕਾਂ ਨੂੰ ਬਾਹਰੋਂ ਪੈਸਾ ਭੇਜਦੇ ਹੋ, ਕਿਸੇ ਦੇ ਕੰਮ ਨਹੀਂ ਆਉਂਦਾ, ਉਹਨਾਂ ਦੇ ਪਰਸਨਲ ਮਫਾਦਾਂ 'ਚ ਹੈ। ਸੋ ਤੁਸੀਂ ਜ਼ਰੂਰ ਪੰਜਾਬ ਲਈ ਕਰੋ, ਪਰ ਆਪਣੇ ਹੱਥੀਂ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਬਹੁਤ ਵਧੀਆ ਸੁਝਾਅ ਜੀ, ਤੇ ਬੜਾ ਪਾਏਦਾਰ ਸੁਝਾਅ ਆ, ਕਿਉਂਕਿ ਸਿਆਸੀ ਪਾਰਟੀਆਂ ਨੇ ਤਾਂ ਇਸ ਤਰ੍ਹਾਂ ਜਿਹੜਾ ਕਿ ਆਪਣਾ ਕਿ ਕਿਸ ਤਰ੍ਹਾਂ ਪਾਵਰ ਲੈਣੀ ਆ ਉਹਦੇ ਵੱਲ ਜ਼ਿਆਦਾ ਫੋਕਸ ਕਰਨਾ, ਕੋਈ ਵੀ ਪਾਰਟੀ ਹੁੰਦੀ ਹੈ। ਤੇ ਇਹ ਸੁਝਾਅ ਤੁਹਾਡਾ ਬਹੁਤ ਵਧੀਆ ਸੀ, ਇਹ ਵੈਸੇ ਮੰਨਣਯੋਗ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਪਣੇ ਆਪਣੇ ਪਿੰਡ ਦੀ ਬਾਹ ਫੜ ਲਈ ਜਾਵੇ ਤਾਂ ਉਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਕਲੇਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਤੁਸੀਂ ਸਮੇਂ ਚੋਂ ਸਮਾਂ ਕੱਢੇ, ਤੁਹਾਡਾ ਸਕੇਜੂਲ ਬਹੁਤ ਕਰ ਜੀ, ਸੋ ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ ਬਹੁਤ ਬਹੁਤ। ਤੇ ਬਿਲਕੁਲ ਲਾਡੀ ਜੀ, ਜਿਵੇਂ ਕਿ ਕਲੇਰ ਸਾਹਿਬ ਨੇ ਦੱਸੇ ਦਿੱਤਾ ਕਿ ਜਿਹੜਾ ਸੀ ਕਿ ਕਾਂਗਰਸ ਪੈਰ ਲਗਾ ਕੇ ਰੱਖਣੇ ਆ, ਤੇ ਦੂਸਰੇ ਪਾਸੇ ਜਿਹੜਾ ਮੌਜੂਦਾ ਸੰਕਟ ਪਾਵਰ ਦਾ ਚੱਲ ਰਿਹਾ ਬਿਜਲੀ ਦਾ ਜੀ, ਤੇ ਉਹਦੇ ਉੱਤੇ ਵੀ ਸਾਰੀਆਂ ਪਾਰਟੀਆਂ ਇਸ ਵੇਲੇ ਮੁੱਖ ਮੁੱਦਾ ਹੀ, ਜਿਵੇਂ ਕਿ ਲੱਗਦਾ ਕਿ ਕਿਸੇ ਵੇਲੇ ਕਿਸਾਨੀ ਸੰਘਰਸ਼ ਦਾ ਮੁੱਦਾ ਸੀ, ਉਹ ਵੀ ਮੁੱਦਾ ਕਿਤੇ ਹਜੇ ਗਿਆ ਨਹੀਂ ਕਿਤੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਬਿਜਲੀ ਵਾਲਾ ਮੁੱਦਾ ਜਿਹੜਾ ਸੀ ਉਹ ਜ਼ਿਆਦਾ ਹੀ ਜ਼ਿਆਦਾ ਛਾਇਆ ਪਿਆ ਜੀ। ਵੇਖੋ, ਬਿਜਲੀ ਵਾਲਾ ਮੁੱਦਾ ਗੱਲ ਪੰਜਾਬ ਇਸ ਵਕਤ ਪੂਰੇ ਹਨੇਰੇ ਦੇ ਵਿੱਚ ਹੈ, ਜਾਂ ਪੰਜਾਬ ਦੇ ਵਿੱਚ ਜਿਹੜਾ ਇੱਕ ਬਿਜਲੀ ਘਰ ਹੋਰ ਜਿਹੜਾ ਕਿ ਬਿਜਲੀ ਘਰ ਨਹੀਂ, ਇੱਕ ਬਿਜਲੀ ਪੈਦਾ ਕਰਨ ਵਾਲਾ ਥਰਮਲ ਹੀ ਜਿਹੜਾ ਬੰਦ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਹੁਣ ਹੋਰ ਗੰਭੀਰ ਇਸ ਜਿਹੜੀ ਸੰਕਟ ਹੋ ਸਕਦਾ ਹੈ। ਪੰਜਾਬ ਇਸ ਤੋਂ ਬਾਹਰ ਕਿਸ ਤਰ੍ਹਾਂ ਜਾਊਗਾ? ਵੈਸੇ ਤਾਂ ਪਿਛਲੇ ਦਿਨੀ ਕੇਜਰੀਵਾਲ ਸਾਹਿਬ ਜਦੋਂ ਉੱਥੇ ਆਏ ਤਾਂ ਉਹਨਾਂ ਨੇ ਵੀ ਇਹ ਗੱਲ ਕਹੀ ਵੀ 300 ਯੂਨਿਟ ਅਸੀਂ ਬਿਲਕੁਲ ਦੇਵਾਂਗੇ ਜੀ, ਤੇ ਪੰਜਾਬ ਦੇ ਵਿੱਚ ਬਿਜਲੀ ਸਸਤੀ ਕਰਾਂਗੇ, ਜਿਹੜੇ ਬਿੱਲ ਇੰਨੇ ਆਉਂਦੇ ਨੇ ਉਹ ਘਟਾਵਾਂਗੇ। ਵੇਖੋ ਹੁਣ ਕਿਹੜੀ ਪਾਰਟੀ ਅੱਗੇ ਆਉਂਦੀ ਹੈ, ਕਿਹੜੀ ਪਾਰਟੀ ਬਿਲਕੁਲ ਘਟਾਉਂਦੀ ਹੈ, ਜਾਂ ਬਿਲਕੁਲ ਜੁਮਲਾਬਾਜੀ ਕਰਕੇ ਸਿਰਫ ਵੋਟਾਂ ਹੀ ਲੈਂਦੀ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿ ਕੇ ਜਾਵਾਂਗਾ, ਜਿਸ ਤਰ੍ਹਾਂ ਕਲੇਰ ਸਾਹਿਬ ਨੇ ਕਿਹਾ NRI ਵੀਰਾਂ ਨੂੰ, ਪਰ ਮੈਂ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਇਹ ਗੱਲ ਕਹਿਣਾ ਇਸ TV ਚੈਨਲ ਦੇ ਮਾਧਿਅਮ ਦੇ ਜ਼ਰੀਏ, ਭਾਈ ਵੋਟ ਤੁਸੀਂ ਉਸੇ ਪਾਰਟੀ ਨੂੰ ਪਾਇਓ, ਉਸੇ ਲੀਡਰ ਨੂੰ ਪਾਇਓ ਜਿਹੜੇ ਲੀਡਰ ਨੇ ਤੇ ਤੁਹਾਨੂੰ ਵਿਸ਼ਵਾਸ ਹੈ। ਜਿਹੜੇ ਲੀਡਰ ਨੂੰ ਤੁਸੀਂ ਪਹਿਲਾਂ ਚੁਣ ਚੁੱਕੇ ਹੋ ਜਾਂ ਉਹਨੇ ਕੰਮ ਨਹੀਂ ਕੀਤਾ ਹੈਗਾ, ਪਰ ਫਿਰ ਉਹਨੂੰ ਕਦੇ ਮੁੜ ਕੇ ਮੌਕਾ ਨਾ ਦਿਓ ਵੋਟ। ਬਿਲਕੁਲ ਜੀ, ਤੇ ਹਾਂਜੀ, ਸਾਡਾ ਕਿਸੇ ਪਾਰਟੀ ਨਾਲ ਕੋਈ ਨਿੱਜੀ ਲਿੰਕ ਨਹੀਂ, ਕੋਈ ਨਿੱਜੀ ਕੰਟਰੈਕਟ ਨਹੀਂ, ਸਿਰਫ ਇਹ ਹੈ ਕਿ ਮੀਡੀਆ ਇੱਕ ਨਰੋਲ ਹੁੰਦਾ ਜਿਹੜਾ ਕਿ ਮੀਡੀਆ ਦੇ ਜ਼ਰੀਏ ਅਸੀਂ ਇਹ ਆਮ ਗੱਲ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਜੀ। ਤੇ ਬਿਲਕੁਲ ਜੀ, ਤੇ ਜਾਂਦੇ ਜਾਂਦੇ ਲਾਡੀ ਜੀ, ਜਿਵੇਂ ਕਿ ਗੱਲ ਤੁਸੀਂ ਕਰੀ ਦਿੱਤੀ ਹੈ ਕਿ ਸਾਰਾ ਜਿੱਥੇ ਕੈਪਟਨ ਸਰਕਾਰ ਨੂੰ ਹੁਣ ਹਾਈ ਕਮਾਂਡ ਨੇ ਵੀ 18 ਜਿਹੜੇ ਪੁਆਇੰਟ ਦਿੱਤੇ ਗਏ ਹਨ ਕਿ ਇਹਨਾਂ ਦੇ ਉੱਤੇ ਗੱਲਬਾਤ ਕੀਤੀ ਜਾਵੇ। ਤੇ ਪਰ ਹੁਣ ਜਿਹੜੇ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ, ਕਿਉਂਕਿ ਜੇਕਰ ਇੱਕ ਮਸਲਾ ਦਾ ਹੱਲ ਇੱਕ ਮਹੀਨੇ ਦੇ ਵਿੱਚ ਵੀ ਕਰੀਏ ਤਾਂ ਫਿਰ ਵੀ 18 ਮਹੀਨੇ ਲੱਗ ਜਾਣਗੇ, ਤੇ ਹੁਣ ਤਾਂ ਕਹਿੰਦੇ ਕਿ ਹਫ਼ਤਿਆਂ, ਦਿਨਾਂ ਦੀ, ਮਹੀਨਿਆਂ ਦੀ ਗੱਲ ਰਹਿ ਗਈ ਹੈ, ਤੇ ਸ਼ਾਇਦ ਸਰਕਾਰ ਇਹ ਚੀਜ਼ਾਂ ਨਹੀਂ ਕਰ ਸਕੇ। ਹਾਂ, ਜ਼ਰੂਰ ਇੱਕ ਵਾਰ ਮੁੱਦੇ ਜਿਹੜੇ ਸੀ ਉਹ ਦੁਬਾਰਾ ਉਠਾ ਲੈ ਜਾਣਗੇ। ਜਿਹੜੇ ਨਸ਼ਿਆਂ ਵਾਲੀ ਸੀ ਸਿੱਟ, ਉਸ ਦੇ ਉੱਤੇ ਵੀ ਹਰਪ੍ਰੀਤ ਸਿੱਧੂ ਉਹਨਾਂ ਨੂੰ ਦੁਬਾਰਾ ਲਿਆਂਦਾ ਗਿਆ, ਤੇ ਜਾਂ ਫਿਰ ਜਾਂਚਾਂ ਵੀ ਜਿਹੜੀਆਂ ਹਨ, ਇਨਕੁਆਰੀਆਂ ਨੂੰ, ਉਹ ਵੀ ਪੁਰਾਣੀਆਂ ਤੇਜ਼ ਹੋ ਚੁੱਕੀਆਂ ਹਨ। ਮੁੱਦੇ ਉਹੋ ਹੀ ਜਿਹੜੇ ਸੀ ਦੁਬਾਰਾ ਇੱਕ ਵਾਰ ਫਿਰ ਉੱਭਰ ਰਹੇ ਹਨ। ਤੇ ਕੀ ਸਰਕਾਰ ਦਾ ਹੁਣ ਰੁਖ ਹੋਵੇਗਾ? ਕੀ ਲੋਕਾਂ ਦੀਆਂ ਲੋਕ ਤਸੱਲੀਆਂ 22 ਦੇ ਵਿੱਚ ਕਿਹਦੀਆਂ ਕਰਵਾਉਣਗੇ? ਆਮ ਆਦਮੀ ਪਾਰਟੀ, ਕਾਂਗਰਸ ਜਾਂ ਅਕਾਲੀ ਦਲ, ਤੇ ਜਿੱਥੇ BJP ਵੀ ਹੱਥ ਪਰ ਮਾਰੂਗੀ ਜੀ, ਕੋਈ ਨਵਾਂ ਏਜੰਡਾ ਉਹ ਵੀ ਲਿਆ ਸਕਦੇ ਆ, ਕਿਉਂਕਿ ਜਿਹੜਾ ਤਿੰਨੇ ਪਾਰਟੀਆਂ, ਜੇਕਰ ਕਾਂਗਰਸ ਨੂੰ ਛੱਡਿਆ ਜਾਵੇ ਤਾਂ ਜਿਹੜੀਆਂ ਤਿੰਨੇ ਪਾਰਟੀਆਂ ਉਹ ਇੱਕ ਵੋਟ ਤੇ ਕੰਮ ਕਰ ਰਹੀਆਂ। ਇਲੈਕਸ਼ਨ ਇਦਾਂ ਲੜੀ ਜਾ ਰਹੀ ਵਿਧਾਨ ਸਭਾ ਦੇ ਜਿੱਦਾਂ ਸਰਪੰਚੀ ਦੀ ਇਲੈਕਸ਼ਨ ਹੈ ਜੀ, ਕਿ ਇੱਕ ਵੋਟ ਗਿਣੀ ਜਾ ਰਹੀ ਹੈ। ਤੇ ਬਿਲਕੁਲ ਜੀ, ਤੇ ਇਹ ਹੁਣ 2022 ਫੈਸਲਾ ਕਰੂਗਾ ਜੀ ਕਿ ਕਿਹਦੀਆਂ ਤਸੱਲੀਆਂ ਹੁੰਦੀਆਂ ਹਨ, ਸਰਕਾਰ ਦੀਆਂ ਤਸੱਲੀਆਂ, ਲੋਕਾਂ ਦੀਆਂ ਤਸੱਲੀਆਂ, ਜਾਂ ਫਿਰ ਰਾਜਨੀਤਿਕ ਪਾਰਟੀਆਂ ਦੀਆਂ ਤਸੱਲੀਆਂ।
ਤੇ ਟਾਈਮ ਬੜਾ ਕਹਿੰਦੇ ਕਿ ਹੁੰਦਾ ਬਾਦਸ਼ਾਹ ਤਾਂ ਕਹਿੰਦਾ ਸਿਰਫ ਟਾਈਮ ਹੀ ਹੁੰਦਾ, ਵਕਤ ਹੀ ਹੁੰਦਾ, ਲੋਕ ਤਾਂ ਸਿਰਫ ਗਰੂਰ ਹੀ ਕਰਦੇ ਹਨ। ਕਹਿੰਦੇ ਸਿਕੰਦਰ ਨੂੰ ਵੀ ਵਹਿਮ ਹੋ ਗਿਆ ਸੀ ਕਿ ਵਕਤ ਉਹਦਾ ਹੀ ਰਹਿਣਾ, ਪਰ ਟਾਈਮ ਜਿਹੜਾ ਕਿ ਉਹ ਕਿਸੇ ਦਾ ਨਹੀਂ ਰਹਿੰਦਾ, ਵਕਤ ਕਿਸੇ ਦਾ ਨਹੀਂ ਰਹਿੰਦਾ, ਵਕਤ ਨਾਲ ਨਾਲ ਚੇਂਜ ਹੁੰਦਾ ਹੀ ਜਾਂਦਾ। ਬਾਕੀ ਜੀ ਫੈਸਲਾ ਤਾਂ ਪੰਜਾਬ ਦੇ ਲੋਕਾਂ ਨੇ ਕਰਨਾ, ਪਰ ਆਪਾਂ ਤਾਂ ਹੁਣ ਇਹ ਕਹਿ ਕੇ ਇਜਾਜ਼ਤ ਲੈ ਲੈਂਦੇ ਕਿ ਕੈਪਟਨ ਸਾਹਿਬ ਨੂੰ ਕਿ ਤੁਰਦੇ ਤੁਰਦੇ ਢਹਿ ਨਾ ਜਾਈਏ, ਸ਼ਾਮੇ ਕਿਧਰੇ ਬਹਿ ਨਾ ਜਾਈਏ, ਉਂਝ ਵੀ ਤੈਨੂੰ ਸਾਡੀ ਲੋੜ ਤਾਂ ਹੈ ਨਹੀਂ, ਤੇਰੇ ਮਗਰੋਂ ਲੈ ਨਾ ਜਾਈਏ, ਹੈ ਨਾ। ਕਿ ਬਾਕੀ ਫੈਸਲਾ ਲੋਕੀ ਕਰਨਗੇ ਜੀ, ਮਗਰੋਂ ਲੈਣਾ ਕਿ ਮਗਰ ਪੈਣਾ ਹੈ, ਤੇ ਇਹ ਤਸੱਲੀਆਂ ਲੋਕਾਂ ਦੀਆਂ ਹੋਣਗੀਆਂ ਜੀ। ਸਾਡੇ ਬੋਲਦਿਆਂ ਤੋਂ ਕਿਸੇ ਦੇ ਖਿਲਾਫ ਵੀ ਕੋਈ ਵੱਧ ਘੱਟ ਗੱਲ ਕਹਿ ਗਏ ਹੋਵੇ ਤਾਂ ਦੋਨੋਂ ਜੀ ਖਿਮਾ ਦੇ ਜਾਚਕ ਆ। ਤੇ ਕਿਹੋ ਜਿਹਾ ਪ੍ਰੋਗਰਾਮ ਤਸੱਲੀਆਂ ਤੁਹਾਡਾ ਲੱਗਿਆ ਤੇ ਫੀਡਬੈਕ ਜ਼ਰੂਰ ਦੇਣੀ ਹੈ, ਤੇ ਸੋਸ਼ਲ ਮੀਡੀਆ ਤੇ ਵੀ ਜ਼ਰੂਰ KTV ਦੇ ਸਾਰੇ ਪ੍ਰੋਗਰਾਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਸ਼ੇਅਰ ਕਰਦੇ ਰਿਹਾ ਕਰੋ, ਤਾਂ ਜੋ ਹੋਰ ਲੋਕਾਂ ਦੇ ਵਿੱਚ ਵੀ, ਹੋਰ ਪੂਰੀ ਦੁਨੀਆ ਦੇ ਵਿੱਚ ਵੀ ਲੋਕ ਇਹਨਾਂ ਪ੍ਰੋਗਰਾਮਾਂ ਦੇ ਆਨੰਦ ਮਾਣ ਸਕਣ ਜੀ। ਅੱਜ ਦੇ ਲਈ ਇੰਨਾ ਜੀ, ਸਾਨੂੰ ਦਿਓ ਇਜਾਜ਼ਤ, ਫਿਰ ਕਿਸੇ ਦਿਨ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਜੀ। ਅੱਜ ਦੇ ਲਈ ਇੰਨਾ ਹੀ, ਆਪੋ ਆਪਣਾ ਰੱਖਿਆ ਖਿਆਲ, ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।